से आराधे मन की आस बुझाए जियो। मन की आस बुझाए जियो। अमृत वाणी हर हर दे सुन सुन होवे परम गत मेरी। अमृत वाणी हर हर दे सुन सुन होवे परम गत मेरी। अमृत वाणी हर हर दे सुन सुन होवे परम गत मेरी। कहन मुझे शीतल होए मरुआ। जलन मुझे शीतल होए मरुआ। सतगुर का दर्शन आए जियो। सतगुर का दर्शन आए जियो। अमृत वाणी हर हर तेरी सुन सुन होवे परम गत मेरे। अमृत वाणी हर हर तेरे सुन सुन होवे परम गत मेरे। सुन सुन होवे परम गत मेरे। सुन सुन होवे परम गत मेरे। वाहे गुरु। तेग बहादुर सिमरे हर नाम नित आवे थाए। सब थाई होए सहाय। सब थाई होए सहाय। तेग बहादुर सिमरे हर नाम नित आवे ताए। सब थाई होए सहाय। सब थाई होए सहाय। प्रथम भगवती सिमर के गुर नानक लई आए। प्रथम भगवती सिमर के गुर नानक लई आए। फिर अंगद गुर ते अमरदास रामदास होए सहाय। अंगद गुर ते अमरदास रामदास होए सहाय। हर जन हर गोबिंद नाम सिमरो श्री हर राय। हर जन हर गोबिंद नाम सिमरो श्री हर राय।
जिस डिठे सब दुख जाए। श्री हरि कृष्ण ध्याइए जिस डिठे सब दुख जाए। जिस डिठे सब दुख जाए। जिस डिठे सब दुख जाए। तेग बहादुर सिमर कर नाम ध्यावे ताए। सब थारे होए सहाय। सब थारे होए सहाय। तेग बहादुर सिमर कर नाम ध्यावे ताए। सब थारे होए सहाय। सब थारे होए सहाय। सब थारे होए सहाय। होए सहाय। वड्डा तेरा दरबार सच्चा तुद तखत सिर शाह पातशाहो। निश्चल चौर शत बड़ी वड्डी वड्डा पार तेरा मर्तबा। रंग बिरंग निकल जापन करतबा। दुनिया सब जाला सख्श तेरे वस तेरा करबला। तेरे घर आनंद उदाई तुझ कर माल मोहत दे अपना आप जर। सर्व कला भरपूर देस जत गता नानक दासन दा तुझ आगे बिनवता बिनवता बिनवता। पौड़ी वड्डी वड्डा अपार तेरा मर्तबा। रंग परंग अनेक न जापन करतबा। जी आंदर जिया सब किस जाला सब किस तेरे वस तेरा कर पला। तेरे कारण अंद वदाई तुद कर मान महत्ता तेज अपना अपजर। सर्व कला भरपूर दिसै जत करता नानक दासन दा तुदे आगे बिनवता श्लोक। पवन गुरु पाणी पिता माता धरत महत। दिवस रात द्वैदाई दाया खेलै सगल जगत। चंगियाइयां बुरियाइयां वाचै धर्म हदूर। करमी आप अपनी के नेड़े की दूर। जिनी नाम ते आया गए मशक्कत काल। नानक ते मुख उजले केते छुटे नाल। जिनी नाम ते आया गए मशक्कत काल। नानक ते मुख उजले केते छुटे नाल। वाहेगुरु जी का खालसा वाहेगुरु जी की फतेह। श्री वाहिगुरु। गुरु नानक पाद पंकज
ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਪੁੰਨ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਨਿਜ ਮਨ ਮਹਿ ਮਿਲਨ ਲਾਲਸਾ ਸਿਮਰਹੁ ਜਸ ਪਦ ਆਵੋ। ਹੋਵੋ ਨਿਕਟ ਕਿਦੋਂ ਕਿਤ ਦੂਰਾ ਤਬ ਮੈਂ ਬਿਲਮ ਨ ਲਾਵੋ। ਮਰਦਾਨਾ ਅਬ ਬੇਬੇ ਜੀ ਕੇ ਦੇਹੋ ਕਾਰ ਖਿਕ જોઉ। ਭਨਤ ਨਾਨਕੀ ਜਾਚੇ ਨਾਹੀ ਦੀਨ ਆਪ ਹੀ ਸੋਊ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲਾ ਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਡਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪੈਰਾਂ ਦੇ ਸਜੇ ਹੋਏ ਦੀਵਾਨਾਂ 'ਚ ਜੁੜ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰਾਂ ਦੀ ਅੰਮ੍ਰਿਤ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਭਾਈ ਮਰਦਾਨਾ ਜੀ ਆਏ ਹਨ। ਗੁਰਦੇਵ ਆਖਿਆ ਭਾਈ ਮਰਦਾਨਾ ਜੀ ਗਏ ਨਹੀਂ। ਕਹਿਣ ਲੱਗੇ ਮਹਾਰਾਜ ਚੱਲਿਆ ਸੀ ਬੇਬੇ ਨਾਨਕੀ ਜੀ ਨੇ ਰੱਖ ਲਿਆ।
ਇਹ ਨਵੀਂ ਪੋਸ਼ਾਕ ਮੈਨੂੰ ਦਿੱਤੀ ਹੈ ਭਾਈਏ ਜੈ ਰਾਮ ਨੇ 20 ਰੁਪਏ ਦਿੱਤੇ ਨੇ। ਸੁਣ ਕੇ ਸਤਿਗੁਰਾਂ ਆਖਿਆ ਮਰਦਾਨਿਆਂ ਤਾਂ ਇਹ ਚੰਗਾ ਨਹੀਂ ਕੀਤਾ। ਬੇਬੇ ਜੀ ਦੇ ਪਰਿਵਾਰ ਤੇ ਅਸੀਂ ਪਹਿਲਾਂ ਹੀ ਵੱਡੀ ਜ਼ਿੰਮੇਵਾਰੀ ਲਾਈ ਹੋਈ ਆ। ਬਾਬਾ ਸ਼੍ਰੀ ਚੰਦ ਜੀ ਦੀ ਉਹ ਪਰਵਰਿਸ਼ ਕਰ ਰਹੇ ਨੇ ਤੇ ਤੂੰ ਵੀ ਜਾ ਕੇ ਉਹਨਾਂ ਕੋਲੋਂ ਪੈਸੇ ਮੰਗ ਲਿਆਇਆ। ਭਾਈ ਮਰਦਾਨੇ ਨੇ ਆਖਿਆ ਸਤਿਗੁਰੂ ਮੈਂ ਮੰਗੇ ਨਹੀਂ, ਬੇਬੇ ਨਾਨਕੀ ਨੇ ਭਾਈਏ ਜੈ ਰਾਮ ਨੇ ਆਪਣੀ ਮਰਜ਼ੀ ਨਾਲ ਦਿੱਤੇ ਹਨ। ਸਤਿਗੁਰਾਂ ਆਖਿਆ ਜਾ ਵਾਪਸ ਕਰਿਆ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਚੱਲਦਾ, ਤੁਸੀਂ ਵੀ ਨਾਲ ਚੱਲੋ, ਕਿਉਂਕਿ ਬੇਬੇ ਜੀ ਨੇ ਤੁਹਾਨੂੰ ਵੀ ਘਰ ਸੱਦਿਆ। ਉਹਨਾਂ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ। ਸੁਣ ਕੇ ਸਤਿਗੁਰੂ ਜੀ ਉੱਠੇ, ਕਹਿੰਦੇ ਚੱਲ ਮਰਦਾਨਿਆਂ ਤੇਰਾ ਕਹਿਣਾ ਨਹੀਂ ਅਸੀਂ ਮੋੜ ਸਕਦੇ, ਕਿਉਂਕਿ ਤੇਰੇ ਨਾਲ ਸਾਡਾ ਕੰਮ ਹੈ। ਸੁਲਤਾਨਪੁਰ ਸਾਹਿਬ ਨਗਰ ਵਿੱਚ ਬੇਬੇ ਨਾਨਕੀ ਦੇ ਘਰ ਸਤਿਗੁਰੂ ਜੀ ਆਏ ਹਨ। ਦਾਸੀ ਤੁਲਸਾ ਨੇ ਬੇਬੇ ਨਾਨਕੀ ਨੂੰ ਦੱਸਿਆ। ਬੇਬੇ ਜੀ ਨੇ ਬੜੇ ਅਦਬ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਵੇਖ ਕੇ ਸਤਿਗੁਰਾਂ ਨੇ ਵਰਜਿਆ, ਆਖਿਆ ਬੇਬੇ ਜੀ ਤੁਸੀਂ ਵੱਡੇ ਹੋ, ਇੱਦਾਂ ਸਾਡੇ ਚਰਨਾਂ ਤੇ ਨਮਸਕਾਰ ਕਰਕੇ ਤੁਸੀਂ ਇਹ ਯੋਗ ਨਹੀਂ ਕਰਦੇ, ਇਸੇ ਕਰਕੇ ਅਸੀਂ ਘਰ ਨਹੀਂ ਆਉਂਦੇ। ਜੇ ਇਉਂ ਅੱਗੇ ਤੋਂ ਕੀਤਾ ਫਿਰ ਅਸੀਂ ਆਉਣਾ ਵੀ ਨਹੀਂ। ਬੇਬੇ ਜੀ ਨੇ ਆਖਿਆ ਮਹਾਰਾਜ ਜੀ ਸਤ ਬਚਨ ਮੈਂ ਅੱਗੇ ਤੋਂ ਜਿਵੇਂ ਤੁਸੀਂ ਕਹੋਗੇ ਤਿਵੇਂ ਕਰਾਂਗੀ। ਕਿਰਪਾ ਕਰਿਓ, ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਰਹਿੰਦੀ ਹੈ। ਤੋ ਸਤਿਗੁਰੂ ਜੀ ਕਹਿਣ ਲੱਗੇ ਬੇਬੇ ਜੀ ਜਦੋਂ ਯਾਦ ਕਰੋਗੇ, ਜਿੱਥੇ ਵੀ ਹੋਵਾਂਗੇ ਚਾਹੇ ਨੇੜੇ ਚਾਹੇ ਦੂਰ, ਸਾਡੇ ਦਰਸ਼ਨਾਂ ਦੀ ਇੱਛਾ ਕਰਕੇ ਯਾਦ ਕਰੋਗੇ, ਅਸੀਂ ਤਾਤਕਾਲ ਉਸੇ ਵੇਲੇ ਤੁਹਾਡੇ ਕੋਲ ਆ ਜਾਇਆ ਕਰਾਂਗੇ। ਇਹ ਬਚਨ ਬਿਲਾਸ ਹੋ ਰਹੇ ਨੇ। ਆਪ ਮਨ ਵਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਨਿਜ ਮਨ ਮਹਿ ਮਿਲਨ ਲਾਲਸਾ, ਸਿਮਰਹੁ ਜਸ ਪਦ ਆਵੋ। ਮਹਾਰਾਜ ਜੀ ਕਹਿਣ ਲੱਗੇ ਬੇਬੇ ਜੀ ਜਦੋਂ ਵੀ ਤੁਹਾਡੇ ਮਨ 'ਚ ਸਾਨੂੰ ਮਿਲਣ ਦੀ ਲਾਲਸਾ ਹੋਵੇਗੀ, ਮਨ 'ਚ ਚਿਤਵੋਗੇ, ਯਾਦ ਕਰੋਗੇ ਸਾਨੂੰ ਮਿਲਣ ਲਈ, ਅਸੀਂ ਜਸ ਪਦ ਉਸੇ ਵੇਲੇ ਤੁਹਾਡੇ ਕੋਲ ਆਵਾਂਗੇ। ਹੋਵੋ ਨਿਕਟ ਕਿਦੋਂ ਕਿਤ ਦੂਰਾ, ਚਾਹੇ ਕਿਤੇ ਨੇੜੇ ਹੋਈਏ ਚਾਹੇ ਅਸੀਂ ਕਿਤੇ ਦੂਰ ਹੋਈਏ, ਤਬ ਮੈਂ ਬਿਲਮ ਨਾ ਲਾਵੋ। ਅਸੀਂ ਤੁਹਾਡੇ ਕੋਲ ਆਉਂਦਿਆਂ ਬਿਲਮ ਨਹੀਂ ਲਾਵਾਂਗੇ, ਦੇਰੀ ਨਹੀਂ ਲਾਵਾਂਗੇ। ਮਰਦਾਨਾ ਅਬ ਬੇਬੇ ਜੀ ਕੇ। ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਏਦਾਂ ਕਰੋ, ਹੁਣ ਜਿਹੜੇ ਬੇਬੇ ਜੀ ਹੋਣਾ ਨੇ ਤੁਹਾਨੂੰ ਪੈਸੇ ਦਿੱਤੇ ਸਨ, ਦੇਹੋ ਕਾਰ ਖਿਕ ਜੋ, ਉਹ ਜਿਹੜੇ ਰੁਪਈਏ ਬੇਬੇ ਜੀ ਹੋਣਾ ਤੁਹਾਨੂੰ ਦਿੱਤੇ ਐ, ਉਹ ਪੈਸੇ ਉਹ ਰੁਪਈਏ ਬੇਬੇ ਜੀ ਹੋਣਾ ਨੂੰ ਵਾਪਸ ਮੋੜ ਦੇ। ਭਨਤ ਨਾਨਕੀ ਜਾਚੇ ਨਾਹੀ। ਇਹ ਸੁਣ ਕੇ ਬੇਬੇ ਨਾਨਕੀ ਜੀ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਮਰਦਾਨੇ ਨੇ ਮੰਗੇ ਥੋੜੀ ਸਨ, ਇਹਨਾਂ ਮੰਗੇ ਨਹੀਂ ਸਨ ਮੇਰੇ ਕੋਲੋਂ, ਦੀਨ ਆਪ ਹੀ ਸੋ। ਮੈਂ ਆਪਣੀ ਮਰਜ਼ੀ ਨਾਲ ਦਿੱਤੇ ਨੇ, ਆਪਣੀ ਇੱਛਾ ਨਾਲ ਦਿੱਤੇ ਹਨ। ਤੂੰ ਭਗਤਨ ਹਰ ਕੀ ਬਹੁ ਪਿਆਰੀ। ਸੁਣ ਕੇ ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਬੇਬੇ ਜੀ ਤੁਸੀਂ ਹਰੀ ਦੇ ਭਗਤ ਹੋ, ਤੁਹਾਡੇ ਮਨ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਆ, ਅਕਾਲ ਪੁਰਖ ਦੀ ਪਿਆਰੀ ਭਗਤੀ ਤੁਸੀਂ ਆਪਣੇ ਹਿਰਦੇ ਵਿੱਚ ਵਸਾਈ ਹੋਈ ਹੈ। ਕਹਿਓ ਵੱਡੇ ਕੋ ਸੁਣ ਹੈ, ਤੇ ਵੱਡਿਆਂ ਦਾ ਜਿਹੜਾ ਕਹਿਣਾ ਹੈ ਉਹ ਸੁਣਦੇ ਹਾਂ। ਕਹਿ ਸੌਂਪੋ ਹਮ ਢਿਗ ਕਰ ਤਾਰਾ। ਬੇਬੇ ਜੀ ਤੁਸੀਂ ਵੱਡੇ ਹੋ ਤੇ ਵੱਡਿਆਂ ਦਾ ਕਹਿਣਾ ਪਾਰ ਬ੍ਰਹਮ ਪਰਮੇਸ਼ਰ ਸੁਣਦਾ ਹੈ। ਬੇਬੇ ਜੀ ਤੁਸੀਂ ਆਪਣੇ ਮੁਖੋਂ ਇਹ ਬਚਨ ਕਰੋ ਕਿ ਮੈਂ ਆਪਣੇ ਵੀਰ ਨਾਨਕ ਨੂੰ ਕਰਤਾਰ ਨੂੰ ਸੌਂਪ ਦਿੱਤਾ ਹੈ। ਮਹਾਰਾਜ ਜੀ ਕਹਿੰਦੇ ਬੇਬੇ ਜੀ ਤੁਸੀਂ ਉਹ ਵੱਡੇ, ਵੱਡਿਆਂ ਦੀ ਬੇਨਤੀ ਅਕਾਲ ਪੁਰਖ ਜੀ ਸੁਣਦੇ ਹਨ, ਤੁਸੀਂ ਕਰਤਾਰ ਦੇ ਅੱਗੇ ਬੇਨਤੀ ਕਰੋ
ਕਿ ਮੈਂ ਆਪਣੇ ਵੀਰ ਨੂੰ ਕਰਤਾਰ ਨੂੰ ਸੌਂਪ ਦਿੱਤਾ ਹੈ। ਭਲੀ ਬਾਤ ਸਭ ਬਨ ਹੈ। ਜੇ ਤੁਸੀਂ ਇਹ ਕਹੋਗੇ ਤਾਂ ਇਹ ਚੰਗੀ ਗੱਲ ਬਣ ਜਾਵੇਗੀ। ਭਨਤ ਨਾਨਕੀ ਜਾਣਤ ਹੋਗੇ। ਇਹ ਸੁਣ ਕੇ ਬੇਬੇ ਨਾਨਕੀ ਜੀ ਅੱਗੋਂ ਬੋਲੇ, ਕਹਿਣ ਲੱਗੇ ਸਤਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸੁਣੋ, ਮੈਂ ਜੋ ਤੁਹਾਨੂੰ ਆਪਣੇ ਮਨ ਵਿੱਚ ਜਾਣਦੀ ਹਾਂ, ਇਹ ਮੁਝ ਭਰਾਤਾ ਜਾਣੇ। ਤੁਸੀਂ ਇਹ ਸਮਝਦੇ ਹੋਵੋਗੇ ਕਿ ਮੈਂ ਤੁਹਾਨੂੰ ਆਪਣਾ ਛੋਟਾ ਵੀਰ ਸਮਝਦੀ ਹਾਂ। ਤੁਹਾਡੇ ਮਨ 'ਚ ਸਤਿਗੁਰੂ ਜੀ ਇਹ ਹੋਵੇਗਾ ਕਿ ਮੈਂ ਤੁਹਾਨੂੰ ਆਪਣਾ ਛੋਟਾ ਭਰਾ ਸਮਝਦੀ ਹਾਂ। ਪਰਮ ਰੂਪ ਪਰਮੇਸ਼ਰ ਬਾਪ। ਪਰ ਮਹਾਰਾਜ, ਮੈਂ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਜਾਣਦੀ ਹਾਂ। ਮੈਂ ਜਾਣਦੀ ਹਾਂ ਕਿ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਮੇਰੇ ਵੀਰ ਦਾ ਰੂਪ ਧਾਰਨ ਕਰਕੇ ਆਇਆ ਹੈ। ਤੁਮ ਪੂਰਨ ਪੁਰਖ ਪੁਰਾਨੇ। ਤੁਸੀਂ ਹੋ ਪੂਰਨ ਪੁਰਖ ਪੁਰਾਤਨ ਹੋ, ਪਰਮ ਪੁਰਖ ਪੁਰਾਤਨ ਨਾਥ ਹੋ। ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਮਹਾਰਾਜ ਜੀ, ਤੁਸੀਂ ਪੁਰਾਤਨ ਤੋਂ ਪੁਰਾਤਨ, ਯਾਨੀ ਕਿ ਸਭ ਤੋਂ ਪਹਿਲੇ ਤੁਸੀਂ ਹੋ। ਬਾਰੰਬਾਰ ਕਹਾਓ ਨਾ ਮੋਤੇ। ਮਹਾਰਾਜ ਜੀ ਕੀ ਕਹਿਣ ਲੱਗੇ, ਮੇਰੇ ਤੋਂ ਬਾਰ-ਬਾਰ ਬੇਬੇ ਜੀ ਨਾ ਕਹਾਓ। ਬੇਬੇ ਜੀ, ਮੇਰੇ ਕੋਲੋਂ ਬਾਰੰਬਾਰ ਇਹ ਗੱਲ ਨਾ ਕਹਾਓ। ਸੁਸਾਕਾਰ ਖਿਕ ਲੀਜੈ। ਤੁਸੀਂ ਇਹ ਪੈਸੇ ਲੈ ਲਓ, ਮੈਂ ਤੁਹਾਨੂੰ ਬਾਰ-ਬਾਰ ਨਹੀਂ ਕਹਿਣਾ, ਤੇ ਬਾਰ-ਬਾਰ ਮੇਰੇ ਕੋਲੋਂ ਨਾ ਕਹਾਓ। ਇਹ ਜਿਹੜੇ ਪੈਸੇ ਤੁਸੀਂ ਮਰਦਾਨੇ ਨੂੰ ਦਿੱਤੇ ਆ ਬੇਬੇ ਜੀ, ਇਹ ਹੁਣ ਤੁਸੀਂ ਆਪਣੇ ਕੋਲ ਵਾਪਸ ਲੈ ਲਵੋ। ਮਰਦਾਨਾ ਨਿਜ ਬੰਸ ਮਿਰਾਸੀ। ਮਰਦਾਨਾ ਆਪਣੀ ਬੇਦੀਆਂ ਦੀ ਕੁੱਲ ਦਾ ਮਿਰਾਸ਼ੀ ਹੈ। ਪੁਨ ਆਵਹਿ ਤਬ ਦੀਜੈ। ਹੁਣ ਨਹੀਂ ਲੈਣੇ, ਹੁਣ ਨਹੀਂ ਇਹਨੂੰ ਪੈਸੇ ਦੇਣੇ। ਜਦੋਂ ਦੁਬਾਰਾ ਕਿਤੇ ਆਵੇਗਾ ਤੇ ਤੁਹਾਡੀ ਕੁੱਲ ਦਾ ਮਿਰਾਸ਼ੀ ਜਾਣ ਕੇ ਤੁਸੀਂ ਫਿਰ ਭਾਵੇਂ ਦੇ ਦਿਓ, ਪਰ ਹੁਣ ਇੱਕ ਵਾਰੀ ਤੁਸੀਂ ਪੈਸੇ ਵਾਪਸ ਲੈ ਲਵੋ। ਛੂਛਾ ਕਬਹਿ ਨਾ ਭੇਜੋ ਹੋਇਆਂ ਕੋ। ਇਹ ਤੁਹਾਡੇ ਬੇਦੀਆਂ ਦੀ ਕੁੱਲ ਦਾ ਮਿਰਾਸ਼ੀ ਹੈ। ਜੇ ਅੱਗੇ ਤੋਂ ਕਦੇ ਆਵੇ ਤੇ ਇਹਨੂੰ ਖਾਲੀ ਹੱਥ ਨਾ ਭੇਜਿਓ। ਅੱਗੇ ਤੋਂ ਜਦੋਂ ਕਿਤੇ ਤੁਹਾਨੂੰ ਮਿਲਣ ਆਵੇ, ਇਹਨੂੰ ਖਾਲੀ ਹੱਥ ਨਾ ਮੋੜਿਓ। ਤੂੰ ਬੇਦੀ ਕੁਲ ਤਨੀਆ। ਕਿਉਂਕਿ ਬੇਬੇ ਤੂੰ ਬੇਦੀਆਂ ਦੀ ਕੁੱਲ ਦੀ ਧੀ ਰਾਣੀ ਹੈ, ਤੇ ਇਹ ਬੇਦੀਆਂ ਦੀ ਕੁੱਲ ਦਾ ਮਿਰਾਸ਼ੀ ਹੈ। ਸ਼੍ਰੀ ਚੰਦ ਨਿਜ ਕੌਛਰ ਪਾਇਓ। ਅਸੀਂ ਆਪਣੇ ਵੱਡੇ ਸਾਹਿਬਜ਼ਾਦੇ ਨੂੰ, ਸਪੁੱਤਰ ਨੂੰ, ਬਾਬਾ ਸ਼੍ਰੀ ਚੰਦ ਜੀ ਨੂੰ ਤੁਹਾਡੀ ਗੋਦ ਵਿੱਚ ਪਾਇਆ ਹੈ। ਤਦਪ ਦੇਵਨ ਬਨੀਆਂ। ਅਸੀਂ ਤਾਂ ਪਹਿਲਾਂ ਹੀ ਤੁਹਾਡੇ ਤੇ ਭਾਰ ਪਾਇਆ। ਸਾਡਾ ਤਾਂ ਫਰਜ਼ ਬਣਦਾ ਵੀ ਅਸੀਂ ਤੁਹਾਨੂੰ ਹੋਰ ਪੈਸੇ ਦੇਈਏ, ਤੁਹਾਡੀ ਮਦਦ ਕਰੀਏ। ਤੁਸੀਂ ਸਾਡੇ ਸਾਹਿਬਜ਼ਾਦੇ ਨੂੰ ਪਾਲਣਾ। ਸਾਡਾ ਤਾਂ ਫਰਜ਼ ਬਣਦਾ ਕਿ ਅਸੀਂ ਤੁਹਾਨੂੰ ਹੋਰ ਮਾਇਆ ਦੇ ਗੱਫੇ ਦੇਈਏ। ਉਰ ਕਰ ਹਰਖ ਰਜਾਏ ਭਨੀਜੈ। ਪਰ ਤੁਸੀਂ ਉਲਟਾ ਸਾਨੂੰ ਦੇ ਰਹੇ ਹੋ, ਮਰਦਾਨੇ ਨੂੰ ਦੇ ਰਹੇ ਹੋ। ਮੇਰੇ ਕਰਕੇ ਇਹ ਯੋਗ ਨਹੀਂ। ਸੁਣ ਕੇ ਬੇਬੇ ਨਾਨਕੀ ਜੀ ਕਹਿਣ ਲੱਗੇ, ਮਹਾਰਾਜ, ਜੋ ਤੁਹਾਡੀ ਆਗਿਆ ਹੈ। ਹੇਰੋਂ ਦੇਸ ਵਿਦੇਸਾ। ਤੁਹਾਡੀ ਆਗਿਆ ਹੈ। ਤੇ ਮਹਾਰਾਜ ਜੀ ਕਹਿਣ ਲੱਗੇ, ਬੇਬੇ, ਅਸੀਂ ਤਾਂ ਤੇਰੇ ਕੋਲੋਂ ਆਗਿਆ ਲੈਣ ਆਏ ਆ। ਬੇਬੇ ਜੀ ਕਹਿੰਦੇ, ਮਹਾਰਾਜ ਜੀ, ਕੀ ਆਗਿਆ ਲੈਣੀ ਹੈ? ਕਹਿੰਦੇ, ਅਸੀਂ ਆਗਿਆ ਲੈਣ ਆਏ ਆ ਬੇਬੇ, ਕਿ ਹੁਣ ਅਸੀਂ ਇੱਥੋਂ ਉਦਾਸੀ ਧਾਰਨ ਕਰਨੀ ਹੈ, ਦੇਸ਼ ਵਿਦੇਸ਼ ਫਿਰ ਕੇ ਵੇਖਣੇ, ਤੇ ਅਸੀਂ ਤੁਹਾਡੀ ਆਗਿਆ ਲੈਣ ਵਾਸਤੇ ਆਏ ਹਾਂ। ਨਹਿ ਚਿੰਤਾ ਚਿਤ ਬੀਚ ਵਿਚਰੀਏ। ਤੁਸੀਂ ਆਪਣੇ ਚਿੱਤ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ। ਧਰੋ ਧੀਰ ਧਰ ਜੈਸਾ। ਔਰ ਧੀਰਜ ਰੱਖਣਾ ਆਪਣੇ ਹਿਰਦੇ ਵਿੱਚ, ਜਿਵੇਂ ਧਰਤੀ ਵਿੱਚ ਧੀਰਜ ਹੁੰਦਾ ਹੈ। ਧਰਤੀ ਦੇ ਸਮਾਨ ਧੀਰਜ ਧਾਰਨ ਕਰਨਾ ਹੈ। ਸਿਮਰੋ ਜਬ ਆਵੋ ਤਤਕਾਲਾ। ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ ਬੇਬੇ ਜੀ, ਅਸੀਂ ਉਸੇ ਵੇਲੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਕੂਰ ਨਾ ਜਾਣੋ ਬੈਨਾ। ਤੇ ਸਾਡੇ ਕਹੇ ਬਚਨਾਂ ਨੂੰ ਤੁਸੀਂ ਇਦਾਂ ਹੀ ਨਾ ਸਮਝ ਲਿਓ। ਜੋ ਅਸੀਂ ਕਹਿ ਰਹੇ ਹਾਂ ਇਹ ਬਿਲਕੁਲ ਸੱਚ ਹੈ। ਸੁਨਤ ਸੋਦਰੀ ਸਹਿਤ ਸਨੇਹਾ। ਜਦੋਂ ਬੇਬੇ ਜੀ ਨੇ ਸਾਹਿਬ ਦੇ ਬਚਨ ਸੁਣੇ, ਬੜੇ ਪਰਮ ਸਨੇਹ ਵਿੱਚ ਭਿੱਜੇ ਹੋਏ ਬੇਬੇ ਨਾਨਕੀ ਜੀ, ਸਕਲ ਬਚਨ ਗੁਣ ਐਨਾ। ਸਤਿਗੁਰਾਂ ਦੇ ਸਾਰੇ ਬਚਨ ਜੋ ਗੁਣਾਂ ਦੇ ਘਰ ਨੇ, ਉਹ ਬਚਨ ਬੇਬੇ ਜੀ ਨੇ ਬੜੇ ਪਰਮ ਸਨੇਹ ਨਾਲ ਸੁਣੇ ਹਨ। ਰਹਿਤ ਇਹਾਂ ਜੇ ਸਦਨ ਨਾ ਆਵੋ। ਕਹਿਣ ਲੱਗੇ, ਸਤਿਗੁਰੂ, ਇੱਥੇ ਰਹਿੰਦਿਆਂ ਤਾਂ ਤੁਸੀਂ ਕਈ ਦਿਨ ਘਰ ਨਹੀਂ ਆਉਂਦੇ ਮੇਰੇ ਕੋਲੇ,
ਇੱਥੇ ਸੁਲਤਾਨਪੁਰ ਸਾਹਿਬ ਰਹਿੰਦੇ ਆ, ਤੁਸੀਂ ਕਈ ਦਿਨ ਮੇਰੇ ਕੋਲ ਘਰ ਨਹੀਂ ਆਉਂਦੇ, ਤਦਪ ਭੀ ਤਿਰ ਵਾਸੂ। ਫਿਰ ਵੀ ਮੈਂ ਆਪਣੇ ਮਨ 'ਚ ਧੀਰਜ ਰੱਖਦੀ ਆ ਹੋ ਅਧੀਰ ਵਿਦੇਸ਼ ਗਏ ਕਿ ਤੇ। ਚਲੋ ਕੋਲ ਹੀ ਨੇ ਆ ਜਾਣਗੇ। ਵੀ ਅੱਗੇ ਇੱਥੇ ਕੋਲ ਹੁੰਦੇ ਆ, ਤੁਸੀਂ ਕਈ ਦਿਨ ਨਹੀਂ ਆਉਂਦੇ, ਫਿਰ ਵੀ ਮੇਰੇ ਮਨ ਨੂੰ ਧੀਰਜ ਹੁੰਦਾ ਵੀ ਕੋਲ ਹੀ ਨੇ ਆਵਣਗੇ। ਪਰ ਹੁਣ ਤੁਸੀਂ ਕਹਿੰਦੇ ਹੋ ਦੂਰ ਵਿਦੇਸ਼ ਚੱਲਿਆ, ਤੇ ਮਹਾਰਾਜ ਜੀ ਫਿਰ ਮੇਰੇ ਮਨ ਨੂੰ ਧੀਰਜ ਕਿਵੇਂ ਮਿਲੇ? ਫਿਰ ਤਾਂ ਮੈਨੂੰ ਇਹ ਵੀ ਆਸ ਨਹੀਂ ਵੀ ਖਬਰੇ ਤੁਸੀਂ ਵਾਪਸ ਆਵੋ ਕਿ ਕਦੇ ਆਵੋ। ਤੁਹਾਡੇ ਆਉਣ ਤੋਂ ਪਹਿਲਾਂ ਕਿਤੇ ਮੇਰੇ ਸਰੀਰ 'ਚੋਂ ਨਾ ਜਿੰਦ ਛੁੱਟ ਜਾਏ। ਮੇਰੇ ਮਨ ਵਿੱਚ ਤਾਂ ਹੁਣ ਇਹ ਵੀ ਭੈ ਤੇ ਡਰ ਸਤਾਉਂਦਾ ਹੈ। ਸੁਨੋ ਨਾ ਪਿਖ ਹੋ ਪਾਸੂ। ਜਦੋਂ ਮੈਂ ਤੁਹਾਨੂੰ ਆਪਣੇ ਕੋਲ ਨਾ ਵੇਖਾਂਗੀ ਨਾ ਸੁਣਾਂਗੀ, ਤਜ ਕਰ ਮੋਹ ਜਾਤ ਹੋ ਹਮਰਾ। ਮਹਾਰਾਜ ਜੀ ਤੁਸੀਂ ਮੇਰਾ ਮੋਹ ਛੱਡ ਕੇ, ਸਾਡੀ ਮਮਤਾ ਛੱਡ ਕੇ ਜਾ ਰਹੇ ਹੋ। ਕਿਉਂ ਭਾਵ ਹੈ ਉਰ ਤੇਰੇ। ਤੁਹਾਡੇ ਮਨ ਨੂੰ ਇਹ ਕਿਵੇਂ ਭਾਉਂਦਾ ਹੈ ਕਿ ਆਪਣੀ ਵੱਡੀ ਭੈਣ ਬੇਬੇ ਨੂੰ ਛੱਡ ਕੇ ਤੁਸੀਂ ਚੱਲਿਓ? ਤੁਹਾਨੂੰ ਚੰਗਾ ਲੱਗਦਾ? ਤੁਹਾਡੇ ਮਨ ਨੂੰ ਇਹ ਕਿਵੇਂ ਭਾ ਰਿਹਾ ਹੈ? ਸਭ ਮਨ ਕੀ ਤੁਮ ਜਾਣ ਬੂਝ ਕੇ। ਤੁਸੀਂ ਸਾਰਿਆਂ ਦੇ ਦਿਲਾਂ ਦੀ ਜਾਣਦੇ ਹੋ, ਸਾਰਿਆਂ ਦੇ ਦਿਲਾਂ ਦੀ ਜਾਣ ਕੇ ਚੰਗੀ ਤਰ੍ਹਾਂ ਬੁੱਝਦੇ ਹੋ। ਕਿਉਂ ਨ ਰਹੋ ਟਿਗ ਮੇਰੇ। ਤੁਸੀਂ ਕਿਉਂ ਨਹੀਂ ਰਹਿੰਦੇ ਮੇਰੇ ਪਾਸ? ਤੁਸੀਂ ਕਿਉਂ ਦੇਸ਼ ਵਿਦੇਸ਼ ਵੇਖਣਾ ਚਾਹੁੰਦੇ ਹੋ? ਚਾਹੀਏ ਮੋਹ ਤਜਨ ਸੁਨ ਭਗਨੀ। ਹਾਂ, ਕਹਿੰਦੇ ਪਰਿਵਾਰ ਦਾ ਮੋਹ ਤਜਣਾ ਚਾਹੀਦਾ ਹੈ। ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ, ਬੇਬੇ ਸੁਣੋ, ਤੁਹਾਡੇ ਹਿਰਦੇ ਵਿੱਚ ਸਾਡੇ ਪ੍ਰਤੀ ਮੋਹ ਹੈ। ਮੋਹ ਨਹੀਂ ਰੱਖਣਾ, ਪ੍ਰੇਮ ਭਾਵ ਰੱਖਣਾ। ਮੋਹ ਤੇ ਪ੍ਰੇਮ 'ਚ ਫਰਕ ਹੁੰਦਾ ਹੈ। ਪ੍ਰੇਮ 'ਚ ਸਮਰਪਣ ਭਾਵ ਹੁੰਦਾ, ਮੋਹ ਵਿੱਚ ਮੇਰਾ ਭਾਵ ਹੁੰਦਾ ਹੈ। ਬੇਬੇ ਜੀ ਤੁਸੀਂ ਆਪਣੇ ਹਿਰਦੇ 'ਚੋਂ ਸਾਡਾ ਮੋਹ ਛੱਡ ਦਿਓ। ਰਾਜ ਸਨੇਹ ਜੇ ਬੰਧੇ। ਕਹਿੰਦੇ ਜਿਹੜਾ ਪ੍ਰੇਮ ਹੈ ਨਾ, ਪ੍ਰੇਮ ਦੀ ਰੱਸੀ ਦੇ ਵਿੱਚ ਬੰਨੇ ਜਾਣਾ ਹੈ। ਨਹਿ ਨਿਕੇਤ ਤੇ ਨਿਕਸਨ ਪਾਵ ਹੈ। ਤੇ ਜੇ ਤੁਸੀਂ ਇਸੇ ਤਰ੍ਹਾਂ ਸਾਨੂੰ ਬੰਨ ਕੇ ਰੱਖੋਗੇ, ਫਿਰ ਸਾਡੇ ਕੋਲੋਂ ਨਹੀਂ ਇੱਥੋਂ ਨਿਕਲ ਹੋਣਾ। ਤੁਹਾਡੇ ਪ੍ਰੇਮ ਦੇ ਬੰਧਨ ਵਿੱਚ ਬੰਨਿਆ ਹੋਇਆ ਅਸੀਂ ਇੱਥੋਂ ਜਾ ਨਹੀਂ ਸਕਣਾ। ਬੇਬੇ ਸਾਨੂੰ ਇਸ ਬੰਧਨ ਤੋਂ ਮੁਕਤ ਕਰ। ਤੁਸੀਂ ਆਗਿਆ ਦਿਓਗੇ ਤਾਂ ਅਸੀਂ ਜਾਵਾਂਗੇ। ਵੇਖੋ ਮੇਰੇ ਸਾਹਿਬ ਬੇਬੇ ਨਾਨਕੀ ਜੀ ਦੇ ਨਾਲ ਕਿਤਨੀ ਗੂੜੀ ਪ੍ਰੀਤ ਕਰਦੇ ਹਨ। ਕਹਿਣ ਲੱਗੇ, ਬੇਬੇ ਜੀ ਜੇ ਤੁਸੀਂ ਇਸੇ ਤਰ੍ਹਾਂ ਪ੍ਰੇਮ ਦੀ ਡੋਰ 'ਚ ਬੰਨ੍ਹ ਕੇ ਰੱਖੋਗੇ ਅਸੀਂ ਨਹੀਂ ਜਾ ਪਾਉਣਾ। ਪਰ ਸਾਡੀ ਕਰਤਾਰ ਨੇ ਡਿਊਟੀ ਲਾਈ ਹੈ, ਸਾਨੂੰ ਜਾਣਾ ਹੀ ਪਵੇਗਾ। ਸਾਡੇ ਲਈ ਦੁਚਿੱਤੀ ਨਾ ਬਣਾਓ। ਬੇਬੇ ਜੀ ਤੁਸੀਂ ਆਪਣੇ ਹਿਰਦੇ ਵਿੱਚੋਂ ਇਹ ਜਿਹੜੀ ਸਨੇਹ ਦੀ ਡੋਰੀ ਨਾਲ ਸਾਨੂੰ ਬੰਨਿਆ ਹੋਇਆ ਹੈ, ਇਹਦੇ ਤੋਂ ਮੁਕਤ ਕਰੋਗੇ ਤਾਂ ਹੀ ਅਸੀਂ ਜਾਵਾਂਗੇ। ਅਸ਼ਟ ਜਾਮ ਫਸ ਧੰਦੇ। ਇਹ ਜੀਵ ਮੋਹ ਵਿੱਚ ਫਸਿਆ ਹੋਇਆ ਅੱਠੇ ਪੈਰ ਧੰਦਿਆਂ ਵਿੱਚ ਗਲਤ ਰਹਿੰਦਾ ਹੈ। ਧਰ ਉਰ ਧੀਰ ਵਿਚਾਰ ਵਿਵੇਕੂ। ਹਿਰਦੇ 'ਚ ਧੀਰਜ ਧਾਰਨ ਕਰਕੇ ਵਿਵੇਕ ਨੂੰ ਵਿਚਾਰੋ। ਸਿਮਰਨ ਤੇ ਮੈਂ ਆਵਾਂ। ਬੇਬੇ ਜੀ ਤੁਹਾਡੇ ਨਾਲ ਬਚਨ ਕੀਤਾ, ਜਦੋਂ ਯਾਦ ਕਰੋਗੇ ਸਾਡੇ ਮਨ, ਜਦੋਂ ਤੁਸੀਂ ਕਹੋਗੇ ਕਿ ਗੁਰੂ ਨਾਨਕ ਸਾਹਿਬ ਮੈਨੂੰ ਦਰਸ਼ਨ ਦਿਓ, ਅਸੀਂ ਤੁਹਾਡੇ ਸਿਮਰਨ ਦੀ ਸਾਧਨਾ ਵੇਖ ਕੇ ਉਸੇ ਵੇਲੇ ਤੁਹਾਡੇ ਕੋਲ ਆਵਾਂਗੇ, ਚਾਹੇ ਜਿੱਥੇ ਮਰਜ਼ੀ ਹੋਈਏ, ਦੇਸ਼ ਵਿਦੇਸ਼ ਦੇ ਕਿਸੇ ਕੋਨੇ 'ਚ ਹੋਈਏ। ਜਦੋਂ ਯਾਦ ਕਰੋਗੇ ਉਦੋਂ ਹੀ ਤੁਹਾਡੇ ਕੋਲ ਆਵਾਂਗੇ। ਦੇਸ਼ ਇਹ ਬਿਰਦ ਹੈ ਸਤਿਗੁਰਾਂ ਦਾ। ਪਾਤਸ਼ਾਹ ਦੀ ਬਾਣੀ ਦਾ ਮਹਾਵਾਕ ਹੈ, ਜਿੱਥੇ ਹਰ ਅਰਾਧਿਆ ਤਿੱਥੇ ਹਰ ਮਿੱਤ ਸਹਾਈ। ਜਿੱਥੇ ਹਰੀ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰੀਏ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉੱਥੇ ਹੀ ਆ ਕੇ ਆਪਣੇ ਜੀਵਾਂ ਦੀ ਸਹਾਇਤਾ ਕਰਦਾ, ਆਪਣੇ ਸੇਵਕਾਂ ਦੀ ਸਹਾਇਤਾ ਕਰਦਾ। ਮਹਾਰਾਜ ਜੀ ਕਹਿੰਦੇ ਜਦੋਂ ਯਾਦ ਕਰੋਗੇ ਜਿੱਥੇ ਵੀ ਹੋਵਾਂਗੇ ਜ਼ਰੂਰ ਆਵਾਂਗੇ। ਦੇਸ਼ ਵਿਦੇਸ਼ ਦੇਖਣੇ ਇੱਛਾ। ਸਾਡੇ ਮਨ 'ਚ ਦੇਸ਼ ਵਿਦੇਸ਼ ਦੀ ਰਟਨ ਕਰਨ ਦੀ ਇੱਛਾ ਹੈ। ਲੈ ਨਿਦੇਸ਼ ਤੁਮ ਜਾਵੋ। ਤੁਹਾਡੀ ਆਗਿਆ ਲੈ ਕੇ ਅਸੀਂ ਜਾਣਾ ਹੈ। ਬਹੁ ਬਿਦ ਬਦਤ ਬਚਨ ਦੇ ਧੀਰਾ। ਏਦਾਂ ਸਤਿਗੁਰੂ ਬਚਨ ਕਰਕੇ ਬੇਬੇ ਨਾਨਕੀ ਨੂੰ ਧੀਰਜ ਦਿੰਦੇ ਹਨ। ਦਏ ਕਾਰ ਖਿਕ ਸੋ। ਔਰ ਉਹ 20 ਰੁਪਈਏ ਵੀ ਬੇਬੇ ਨਾਨਕੀ ਨੂੰ ਦੇ ਦਿੱਤੇ
ਤੇ ਲੈ ਕਰ ਬਿਦਾ ਚੱਲੇ ਦੁਖ ਭੰਜਨ। ਦੁੱਖਾਂ ਨੂੰ ਭੰਨਣ ਵਾਲੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਇਉਂ ਬੇਬੇ ਨਾਨਕੀ ਕੋਲੋਂ ਵਿਦਾ ਲੈ ਕੇ ਚੱਲੇ ਹਨ। ਮਰਦਾਨਾ ਸੰਗ ਦੋ ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਹਨ। ਬਿਰਹਿ ਪੀਰ ਤੇ ਰੋਦਤ ਭਗਨੀ। ਆਹ ਵਿਛੋੜੇ ਦੀ ਪੀੜਾ ਬੜੀ ਭਿਆਨਕ ਹੁੰਦੀ ਹੈ। ਬੇਬੇ ਨਾਨਕੀ ਨੇ ਬਿਰਹਾ ਦੇ ਚੋਟ ਨੂੰ ਜਿਵੇਂ ਸਰੀਰ ਤੇ ਬਰਦਾਸ਼ਤ ਕੀਤਾ ਹਿਰਦੇ 'ਚ, ਉਹ ਬੇਬੇ ਨਾਨਕੀ ਜਾਣੇ ਜਾਂ ਫਿਰ ਉਹ ਜਾਣਨ ਜਿਨ੍ਹਾਂ ਅੰਦਰ ਬਿਰਹਾ ਦੀ ਚੋਟ ਲੱਗੀ ਹੋਈ ਹੈ। ਦੂਸਰਾ ਨਹੀਂ ਕੋਈ ਜਾਣ ਸਕਦਾ। ਬਿਰਹਾ ਦੀ ਉਸ ਪੀੜਾ ਨਾਲ ਬੇਬੇ ਨਾਨਕੀ ਜੀ ਰੁਦਨ ਕਰਦੇ ਹਨ। ਬੇਬੇ ਜੀ ਦੇ ਨੇਤਰ ਸਜਲ ਹੋ ਰਹੇ ਹਨ। ਮੈਂ ਰੋਵੰਦੀ ਸਭ ਜਗ ਰੁੰਨਾ, ਰੁੰਨੜੇ ਵਣੋ ਪੰਖੇਰੂ, ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਉ ਜਿਨਹੁ ਪਿਰੋਂ ਵਿਛੋੜੀ। ਇਹੋ ਜੀ ਅਵਸਥਾ ਦੇ ਵਿੱਚ ਬੇਬੇ ਨਾਨਕੀ ਜੀ ਟਿਕੇ ਹੋਏ ਹਨ। ਰਾਖਨ ਬਸ ਨਹਿ ਚੱਲਈ। ਵਸ ਨਹੀਂ ਚੱਲਦਾ ਕਿ ਸਤਿਗੁਰੂ ਜੀ ਨੂੰ ਰੱਖ ਲੈਣ, ਨਹੀਂ ਤਾਂ ਜਾਣ ਹੀ ਨਾ ਦੇਣ, ਪਰ ਵਸ ਨਹੀਂ ਚੱਲਦਾ ਕਿ ਸਤਿਗੁਰੂ ਜੀ ਨੂੰ ਰੱਖ ਲੈਣ। ਕਹਿਤ ਸੰਤੋਖ ਸਿੰਘ ਭਾ ਪੂਰਨ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਅਧਿਆਏ ਪੂਰਨ ਹੋ ਰਿਹਾ ਹੈ। ਧਿਆਏ ਦੁਖ ਦਲ ਮਲਈ। ਇਹ ਐਸਾ ਧਿਆਏ ਹੈ ਗੁਰੂ ਨਾਨਕ ਸਾਹਿਬ ਦੀ ਕਥਾ ਦਾ, ਜਿਸ ਨੂੰ ਸੁਣ ਕੇ, ਜਿਸ ਨੂੰ ਕਥਨ ਕਰਕੇ ਜੀਵ ਦੇ ਦੁੱਖਾਂ ਦੇ ਦੁੱਖ ਦਲੇ ਮਲੇ ਜਾਂਦੇ ਹਨ। ਇਹ ਐਸੀ ਅੰਮ੍ਰਿਤ ਕਥਾ ਧਿਆਏ ਹੈ ਜੋ ਆਪ ਜੀ ਨੇ ਸੁਣਿਆ ਹੈ, ਜਿਸ ਨੂੰ ਸੁਣ ਕੇ ਸਾਰੇ ਦੁੱਖ ਦਲੇ ਜਾਂਦੇ ਹਨ। ਦੋਹਰਾ ਸਾਗਰ ਸ਼੍ਰੀ ਨਾਨਕ ਚਰਿਤ, ਬਾਲਾ ਮੰਦਰ ਰੂਪ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਮੰਗਲ ਕਰ ਰਹੇ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਹੈ, ਸਤਿਗੁਰਾਂ ਦੇ ਜਿਹੜੇ ਚਰਿਤ ਨੇ, ਉਹ ਇਉਂ ਨੇ ਜਿਵੇਂ ਸਾਗਰ ਹੋਵੇ, ਸਮੁੰਦਰ ਹੋਵੇ। ਸਮੁੰਦਰ ਰਿੜਕਿਆ ਸੀ ਨਾ, ਤੇ ਸਮੁੰਦਰ ਰਿੜਕਣ ਵੇਲੇ ਵਿੱਚ ਜਿਹੜਾ ਪਹਾੜ ਪਾਇਆ ਸੀ, ਉਸ ਪਹਾੜ ਦਾ ਨਾਮ ਸੀ ਮੰਦਰਾਚਲ। ਸ਼ੇਸ਼ਨਾਗ ਦਾ ਨੱਸਾ ਬਣਾ ਕੇ ਦੇਵਤਿਆਂ ਤੇ ਦਾਨਵਾਂ ਨੇ ਰਿੜਕਿਆ ਸੀ। ਫਿਰ ਉਸ ਸਮੁੰਦਰ ਚੋਂ 14 ਰਤਨ ਨਿਕਲੇ ਸਨ, ਉਪ ਤੇ 14 ਮੁਖ। ਮਹਾਕਵੀ ਜੀ ਉਹ ਉਦਾਹਰਣ ਦਿੰਦੇ। ਉਦਾਹਰਣ ਦਾ ਇੱਕ ਪੱਖ ਹੁੰਦਾ, ਸਾਰੇ ਪੱਖ ਨਹੀਂ ਹੁੰਦੇ। ਜੇ ਕੋਈ ਕਹੇ ਵੀ ਤੇਰਾ ਚਿਹਰਾ ਸੂਰਜ ਵਾਂਗੂ ਪ੍ਰਕਾਸ਼ਦਾ, ਤਾਂ ਦੂਜਾ ਕਿਉਂ ਤੂੰ ਮੈਨੂੰ ਸੂਰਜ ਵਾਂਗੂ ਦੱਸਦਾ ਵੀ ਸੂਰਜ ਤਾਂ ਸਾੜਦਾ, ਵੀ ਮੈਂ ਤੈਨੂੰ ਸਾੜਦਾ। ਕਿਉਂਕਿ ਇੱਕੋ ਪੱਖ ਲਿਆ ਜਾਣਾ ਵੀ ਸੂਰਜ ਦਾ ਜਿਵੇਂ ਪ੍ਰਕਾਸ਼ ਹੈ, ਏਦਾਂ ਤੇਰਾ ਚਿਹਰਾ ਪ੍ਰਕਾਸ਼ਦਾ। ਕੋਈ ਕਹੇ ਵੀ ਤੇਰਾ ਮੁਖ ਚੰਦਰਮਾ ਵਰਗਾ, ਉਹ ਆਖੇ ਉਹ ਤੂੰ ਮੈਨੂੰ ਕਲੰਕੀ ਦੱਸਣਾ, ਕਿਉਂਕਿ ਚੰਦਰਮਾ ਦਾ ਕਲੰਕੀ ਹੈ। ਐਸਾ ਨਹੀਂ, ਉਹ ਕੇਵਲ ਇੱਕ ਪੱਖ ਹੀ ਲਿਆ ਜਾਂਦਾ ਹੈ ਉਦਾਹਰਣ ਦਾ। ਮਹਾਕਵੀ ਜੀ ਉਦਾਹਰਣ ਲੈ ਰਹੇ ਨੇ ਪੁਰਾਣਕ। ਕਹਿੰਦੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਹੈ, ਸਤਿਗੁਰਾਂ ਦੇ ਜਿਹੜੇ ਚਰਿਤ ਨੇ, ਕੌਤਕ ਨੇ, ਉਹ ਸਾਗਰ ਦੇ ਸਮਾਨ ਨੇ। ਔਰ ਭਾਈ ਸਾਹਿਬ ਭਾਈ ਬਾਲਾ ਜੀ ਜਿਨ੍ਹਾਂ ਨੇ ਕਥਾ ਸੁਣਾਈ ਹੈ, ਭਾਈ ਬਾਲੇ ਵਾਲੀ ਜਨਮ ਸਾਖੀ, ਜਿਹਦਾ ਅਨੁਵਾਦ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਹੋਣਾ ਨੇ ਕੀਤਾ। ਭਾਈ ਬਾਲਾ ਜੀ ਮੰਦਰਾਚਲ ਪਹਾੜ ਵਾਂਗੂ ਹਨ। ਪ੍ਰੇਮ ਸ਼ੇਸ਼ ਨੇਤੀ ਪਏ, ਕੀਨੋ ਮਥਨ ਅਨੂਪ। ਕਹਿੰਦੇ ਪ੍ਰੇਮ ਦਾ ਸ਼ੇਸ਼, ਜਿਹੜਾ ਸ਼ੇਸ਼ਨਾਗ ਜਿਵੇਂ ਰੱਸਾ ਬਣਾ ਕੇ ਪਾਇਆ ਸੀ, ਕਹਿੰਦੇ ਇਹ ਜਿਹੜਾ ਮੰਦਰਾਚਲ ਪਹਾੜ ਹੈ, ਇਹਨੂੰ ਜਿਹੜਾ ਰੱਸਾ ਪਾਇਆ ਉਹ ਹੈ ਪ੍ਰੇਮ ਦਾ। ਔਰ ਪ੍ਰੇਮ ਦਾ ਰੱਸਾ ਪਾ ਕੇ ਇਹਨੂੰ ਬੜੇ ਸੋਹਣੇ ਢੰਗ ਨਾਲ, ਅਨੂਪਮ ਢੰਗ ਦੇ ਨਾਲ ਭਾਈ ਬਾਲਾ ਜੀ ਨੇ ਰਿੜਕ ਕੇ ਗੁਰੂ ਸਾਹਿਬ ਦੀ ਕਥਾ ਨੂੰ ਜ਼ਾਹਰ ਕੀਤਾ ਹੈ, ਸੰਸਾਰ 'ਚ ਪ੍ਰਗਟ ਕੀਤਾ ਹੈ। ਚੌਪਈ ਕੀਰਤ ਨਿਰਮਲ ਸੁਖਦ ਸੁਧਾਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕੀਰਤੀ ਬੜੀ ਨਿਰਮਲ ਹੈ। ਇਤਨੀ ਨਿਰਮਲ ਜਿਹੜਾ ਸੁਣੇ ਉਹਦੇ ਹਿਰਦੇ ਨੂੰ ਸੁਖ ਪ੍ਰਾਪਤ ਹੁੰਦਾ ਹੈ, ਜਿਹੜਾ ਕਹੇ ਉਹਨੂੰ ਵੀ ਸੁਖ ਪ੍ਰਾਪਤ ਹੁੰਦਾ ਹੈ। ਸੁਰ ਸੇਖਨ ਹਿਤ ਸੁਧ ਨਿਕਾਸੀ। ਇਹ ਦੇਵਤੇ ਰੂਪੀ ਸਿੱਖਾਂ ਵਾਸਤੇ ਸ਼ੁੱਧ ਕਥਾ ਭਾਈ ਬਾਲਾ ਜੀ ਨੇ ਪ੍ਰਗਟ ਕੀਤੀ ਹੈ। ਨਿਸ਼ਚਰ ਸਾਕਤ ਸਮਮਤ ਵਾਰੇ। ਪਰ ਜਿਹੜੇ ਨਿਸ਼ਚਰ ਸਾਕਤ ਮਨਮੁਖ ਦੁਰਜਨ ਲੋਕ ਹਨ, ਤੇ ਨਾ ਪੀ ਨਾ ਬਿਗਨ ਪਸਾਰੇ। ਉਹਨਾਂ ਨੂੰ ਇਹ ਅੰਮ੍ਰਿਤ ਰੂਪੀ ਕਥਾ ਨਹੀਂ ਚੰਗੀ ਲੱਗਦੀ।
ਉਹਨਾਂ ਨੂੰ ਇਹ ਅੰਮ੍ਰਿਤ ਰੂਪੀ ਕਥਾ ਨਹੀਂ ਚੰਗੀ ਲੱਗਦੀ, ਉਹ ਪੀਂਦੇ ਨਹੀਂ ਸਗੋਂ ਵਿਘਨ ਪੈਦਾ ਕਰਦੇ ਹਨ। ਰੂਪ ਮੋਹਨੀ ਅੰਗਦ ਹੋਏ। ਕਹਿੰਦੇ ਜਦੋਂ 14 ਰਤਨ ਨਿਕਲੇ ਸੀ ਨਾ ਤੇ ਦੇਵਤੇ ਤੇ ਦਾਨਵ ਆਪਸ ਵਿੱਚ ਝਗੜ ਪਏ ਅੰਮ੍ਰਿਤ ਲੈਣ ਲਈ। ਉਹ ਕਹੇ ਅਸੀਂ ਲੈਣਾ, ਦਾਨਵ ਕਹਿੰਦੇ ਅਸੀਂ ਲੈਣਾ। ਉਦੋਂ ਫਿਰ ਮੋਹਣੀ ਅਵਤਾਰ ਧਾਰਨ ਕੀਤਾ ਭਗਵਾਨ ਨੇ। ਉਹ ਮੋਹਣੀ ਅਵਤਾਰ ਧਾਰ ਕੇ ਸਾਰਿਆਂ ਨੂੰ ਮੋਹ ਲਿਆ ਤੇ ਫਿਰ ਉਹ ਜਿਹੜਾ ਅੰਮ੍ਰਿਤ ਸੀ ਦੇਵਤਿਆਂ ਨੂੰ ਦੇ ਦਿੱਤਾ ਤੇ ਦਾਨਵਾਂ ਨੂੰ ਦੇ ਦਿੱਤੀ ਸ਼ਰਾਬ। ਇਉਂ ਕਹਿੰਦੇ ਉਹਨਾਂ ਦਾ ਝਗੜਾ ਨਿਵਾਰਿਆ। ਹੁਣ ਇਹ ਉਦਾਹਰਣ ਉਹੀ ਚੱਲ ਰਹੀ ਹੈ ਤੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਉਦਾਹਰਣ ਹੈ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਅੰਗਦ ਸਾਹਿਬ ਨੂੰ ਮੋਹਣੀ ਅਵਤਾਰ ਨਾਲ ਤਰਜੀਹ ਦਿੱਤੀ ਹੈ, ਕੇਵਲ ਉਦਾਹਰਣ ਦਾ ਪੱਖ ਹੈ। ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੋਹਣੀ ਰੂਪ ਹੋਏ ਤੇ ਹੋ ਕੇ ਸੁਰਾ ਬਿਮੁਖਤਾ ਅਸੁਰ ਬਿਗੋਏ। ਕਹਿੰਦੇ ਜਿਹੜੇ ਬੇਮੁਖ ਸਨ ਉਹਨਾਂ ਨੂੰ ਜ਼ਹਿਰ ਦਾ ਕਹਿੰਦੇ ਪਿਆਲਾ ਪੀਣ ਨੂੰ ਪ੍ਰਾਪਤ ਹੋਇਆ। ਜ਼ਹਿਰ ਜਾਨੀ ਕਿ ਬਿਖ ਅਸੁਰਾਂ ਨੂੰ ਸੁਰ ਸੇਖਨ ਕੋ ਪਾਨ ਕਰਾਈ। ਔਰ ਇਹ ਅੰਮ੍ਰਿਤ ਕਥਾ ਗੁਰੂ ਅੰਗਦ ਸਾਹਿਬ ਨੇ ਆਪਣੇ ਦੇਵਤੇ ਰੂਪੀ ਸਿੱਖਾਂ ਨੂੰ ਪਿਆਈ। ਸੁਖ ਅਪਵਰਗ ਦੀਨ ਸਮੁਦਾਈ। ਇਹਦੇ ਨਾਲ ਅਪਵਰਗ ਦਾ ਸੁਖ, ਮੁਕਤੀ ਦਾ ਸੁਖ ਸਿੱਖਾਂ ਨੂੰ ਪ੍ਰਾਪਤ ਹੋਇਆ। ਭਇਓ ਰਾਹੋ ਹਿੰਦਾ ਲੰਘ ਜਾਇਆ। ਖਾਲਸਾ ਜੀ ਇੱਕ ਹਿੰਦਾਲ ਹੋਇਆ। ਹਿੰਦਾਲ ਦੀ ਵੰਸ਼ ਵਿੱਚ ਉਹਦਾ ਪੋਤਰ ਭਾਈ ਹਿੰਦਾਲ ਗੁਰੂ ਰਾਮਦਾਸ ਸਾਹਿਬ ਦਾ ਸੇਵਕ ਸੀ ਤੇ ਉਹਦੀ ਵੰਸ਼ ਦੇ ਵਿੱਚੋਂ ਹਿੰਦਾਲ ਹੋਇਆ ਜੰਡਿਆਲੇ ਦਾ ਰਹਿਣ ਵਾਲਾ। ਉਹਨੇ ਆਪਣੀ ਸ਼ਾਖਾ ਚਲਾ ਲਈ ਸੀ। ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ ਤੇ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਦੱਸ ਕੇ ਹਿੰਦਾਲ ਨੂੰ ਵੱਡਾ ਸਿੱਧ ਕਰਦਾ ਸੀ। ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਸੀ ਉਹਦੇ 'ਚ ਉਹਨੇ ਰਲਗੜ ਕੀਤੀ ਸੀ ਪਹਿਲੀ ਵਾਰੀ। ਜਦੋਂ ਆ ਪੰਥ ਪ੍ਰਕਾਸ਼ ਦੀ ਕਥਾ ਚੱਲੀ ਹੈ, ਭਾਈ ਰਤਨ ਸਿੰਘ ਭੰਗੂ ਵਾਲੇ ਪੰਥ ਪ੍ਰਕਾਸ਼ ਦੀ ਪਿੱਛੇ ਆਪਾਂ ਸੁਣੀ, ਉਹਦੇ 'ਚ ਵੀ ਇਹ ਜ਼ਿਕਰ ਆਇਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਜਿਹੜਾ ਹਿੰਦਾਲੀਆ ਹੋਇਆ ਅੱਗੋਂ ਹਿੰਦਾਲ ਦੀ ਵੰਸ਼ 'ਚ ਉਹਦਾ ਪੋਤਰਾ ਇਹ ਰਾਹੂ ਬਣ ਗਿਆ। ਇਹ ਰਾਹੂ ਬਣ ਕੇ ਗੁਰੂ ਨਾਨਕ ਸਾਹਿਬ ਦੀ ਚੰਦਰਮਾ ਰੂਪੀ ਅੰਮ੍ਰਿਤ ਕਥਾ ਦੇ ਉੱਤੇ ਆਣ ਲੱਗਾ। ਜਿਨ ਪੁਸਤਕ ਵਿਪਰੀਤ ਬਣਾਇਆ। ਇਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਵਿਗਾੜਿਆ, ਉਹਦੇ 'ਚ ਰਲਗੜ ਕਰ ਦਿੱਤੀ। ਜਿਹੜੀ ਗੁਰੂ ਅੰਗਦ ਸਾਹਿਬ ਨੇ ਲਿਖਾਈ ਸੀ ਭਾਈ ਪੈੜੇ ਮੋਖੇ ਕੋਲੋਂ, ਉਹਦੇ 'ਚ ਇਹਨੇ ਆਪਣੀ ਮਰਜ਼ੀ ਨਾਲ ਪਰਚੇ ਜਿਹੜੇ ਸਨ ਉਹ ਪਾੜ ਕੇ ਤੇ ਆਪ ਲਿਖ ਕੇ ਵਿੱਚ ਪਾ ਦਿੱਤੇ। ਜਸ ਰਾਕਸ਼ਸ਼ ਗ੍ਰਸਨ ਹੈ ਕੀਨਾ। ਕਹਿੰਦੇ ਜਿਵੇਂ ਚੰਦਰਮਾ ਨੂੰ ਨਹੀਂ ਗ੍ਰਹਿ ਗਰਸ ਲੈਂਦਾ ਰਾਹੂ, ਏਦਾਂ ਇਹਨੇ ਸਤਿਗੁਰਾਂ ਦੀ ਅੰਮ੍ਰਿਤ ਕਥਾ ਨੂੰ ਰਾਹੂ ਬਣ ਕੇ ਗਰਸਣਾ ਚਾਹਿਆ। ਮੂਰਖ ਮਤ ਕਲਮਲਨ ਮਲੀਨਾ। ਮੂਰਖ ਮਤ ਵਾਲਾ ਹਿੰਦਾਲੀਆ ਸੀ ਜਿਹੜਾ ਕਲਮਲ ਪਾਪਾਂ ਦਾ ਭਰਿਆ ਹੋਇਆ ਸੀ। ਦੋਹਰਾ ਕਹਿਤ ਕਥਾ ਕਵ ਕਾਮਦਾ ਗੁਰ ਸਿੱਖਨ ਕੇ ਪਾਸ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਹ ਸਾਰੀਆਂ ਕਾਮਨਾਵਾਂ ਨੂੰ ਪੂਰੀ ਕਰਨ ਵਾਲੀ ਅੰਮ੍ਰਿਤ ਕਥਾ ਗੁਰੂ ਕੇ ਸਿੱਖਾਂ ਨੂੰ ਸਰਵਣ ਕਰਾਉਂਦਾ ਹਾਂ। ਸ਼ਰੋਤਨ ਔਰ ਸੰਸਾ ਪਇਓ ਜਿਨ ਮਨ ਸੁਨਨ ਹੁਲਾਸ। ਕਹਿੰਦੇ ਸਰੋਤਿਆਂ ਦੇ ਮਨਾਂ ਵਿੱਚ ਸੰਸਾ ਪੈਦਾ ਹੋਇਆ ਜਦੋਂ ਭਾਈ ਸਾਹਿਬ ਜੀ ਸੁਣਾ ਰਹੇ ਸੀ ਵੀ ਹਿੰਦਾਲੀਆਂ ਨੇ ਕਥਾ ਵਿਗਾੜੀ ਤੇ ਭਾਈ ਸਾਹਿਬ ਦੇ ਕੋਲੋਂ ਇਹ ਕਥਾ ਸੁਣ ਕੇ ਸਰੋਤਿਆਂ ਦੇ ਮਨਾਂ 'ਚ ਸ਼ੰਕਾ ਪੈਦਾ ਹੋਇਆ। ਜੋ ਪਈ ਸ਼੍ਰੀ ਨਾਨਕ ਬਰ ਪਰਮ ਬਿਲਾਸਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਥਾ ਹੈ, ਮਹਾਰਾਜ ਜੀ ਦੇ ਜਿਹੜੇ ਸ੍ਰੇਸ਼ਟ ਬਿਲਾਸ ਕੌਤਕ ਹਨ, ਬਹੁ ਪੋਥੀ ਪਰ ਹੈ ਇਤਿਹਾਸਾ। ਕਹਿੰਦੇ ਬਹੁਤ ਸਾਰੀਆਂ ਪੋਥੀਆਂ ਤੇ ਇਤਿਹਾਸ ਵਿੱਚ ਲਿਖਿਆ ਹੋਇਆ। ਸੋ ਤੋ ਲਿਖਿਓ ਅਵਰ ਬਿਦ ਤਹਿਵਾ। ਉਹ ਕਹਿਣ ਲੱਗੇ ਕਵੀ ਜੀ ਵੀ ਜਿਹੜੀ ਕਥਾ ਗੁਰੂ ਸਾਹਿਬ ਜੀ ਦੀ ਹੈ ਉਹ ਭਾਈ ਬਾਲੇ ਵਾਲੀਆਂ ਜਨਮ ਸਾਖੀਆਂ ਬਹੁਤ ਮਿਲਦੀਆਂ ਨੇ, ਉਹਦੇ ਵਿੱਚ ਹੋਰ ਢੰਗ ਨਾਲ ਲਿਖੀ ਹੋਈ ਹੈ। ਤੁਮ ਮੁਖ ਸੋ ਅਵਰ ਹੈ ਬਿਦ ਕਹਿਵਾ। ਤੇ ਤੁਸੀਂ ਹੋਰ ਢੰਗ ਨਾਲ ਸੁਣਾ ਰਹੇ ਹੋ ਕਿਉਂਕਿ ਭਾਈ ਬਾਲੇ ਵਾਲੀ ਜਨਮ ਸਾਖੀ ਵਿਗਾੜ ਦਿੱਤੀ ਸੀ ਨਾ, ਤੇ ਕਵੀ ਜੀ ਨੇ ਉਹਦੀ ਸੋਧ ਕਰਕੇ ਕਥਾ ਲਿਖੀ ਹੈ ਨਾਨਕ ਪ੍ਰਕਾਸ਼। ਯਮਨਾ ਨਗਰ ਜਗਾਦਰੀ ਦੇ ਪਾਸ ਬੂੜੀਆ ਨਗਰ ਹੈ, 9ਵੇਂ ਪਾਤਸ਼ਾਹ ਦਾ ਸਥਾਨ ਹੈ, ਉੱਥੇ ਬਹਿ ਕੇ ਕਥਾ ਲਿਖੀ ਹੈ ਭਾਈ ਸਾਹਿਬ ਨੇ। ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਹੋਰ ਢੰਗ ਨਾਲ ਸੁਣਾ ਰਹੇ ਹੋ, ਅਸੀਂ ਜਿਹੜੀ ਕਥਾ ਪੜ੍ਹੀ ਇਸ ਜਨਮ ਸਾਖੀਆਂ ਵਿੱਚ
ਉਹ ਹੋਰ ਤਰੀਕੇ ਨਾਲ ਲਿਖੀ ਹੋਈ ਹੈ। ਇਹ ਸੰਸਾ ਹਮਰੇ ਉਰ ਆਇਓ, ਇਹ ਸੰਸਾ ਸਾਡੇ ਮਨ ਵਿੱਚ ਆਇਆ ਹੈ। ਕਿਉ ਤੁਮ ਅਨਤ ਹੈ ਗਤ ਹੈ ਅਲਾਇਓ। ਤੁਸੀਂ ਹੋਰ ਤਰੀਕੇ ਨਾਲ ਕਿਉਂ ਸੁਣਾਉਂਦੇ ਹੋ? ਜੇ ਉਹਦਾ ਜਨਮ ਸਾਖੀਆਂ 'ਚ ਭਾਈ ਬਾਲੇ ਵਾਲੀ ਜਨਮ ਸਾਖੀ 'ਚ ਹੋਰ ਢੰਗ ਨਾਲ ਲਿਖੀ ਹੈ ਤੇ ਤੁਸੀਂ ਹੋਰ ਢੰਗ ਨਾਲ ਕਿਉਂ ਸੁਣਾਉਂਦੇ ਹੋ? ਸੋ ਕਹਿ ਕਰ ਸਭ ਦੇਹੋ ਮਿਟਾਏ, ਕਿਰਪਾ ਕਰਕੇ ਸਾਡਾ ਸੰਸਾ ਤੁਸੀਂ ਮਿਟਾ ਦਿਓ। ਗੁਰ ਪਦ ਨਿਸ਼ਚਾਤ ਜਿਸ ਤੇ ਆਏ, ਇਹਦੇ ਨਾਲ ਸਾਡੇ ਮਨ 'ਚ ਨਿਸ਼ਚਾ ਆ ਜਾਵੇ, ਸਾਡੇ ਮਨ 'ਚ ਭਰੋਸਾ ਆ ਜਾਵੇ। ਤਿਨ ਤੇ ਸੁਨ ਕਵ ਬਚਨ ਬਖਾਨਾ। ਕਵੀ ਜੀ ਕਹਿੰਦੇ ਜਦੋਂ ਮੈਂ ਸੰਗਤ ਕੋਲੋਂ ਇਹ ਸਵਾਲ ਸੁਣਿਆ ਤੇ ਸੁਣ ਕੇ ਉਹਨਾਂ ਦਾ ਮਨ ਦਾ ਸ਼ੰਕਾ ਨਿਵਾਰਨ ਲਈ ਬਚਨ ਕਹੇ। ਤੁਮਰੀ ਧਨ ਸੁਮਤ ਮਤਵਾਨਾ। ਆਖਿਆ ਹੈ ਸਰੋਤਾ ਜਨੋ ਤੁਸੀਂ ਧਨ ਹੋ, ਤੁਸੀਂ ਮਤਵਾਨ ਹੋ, ਸਿਆਣੇ ਹੋ, ਸੂਝਵਾਨ ਹੋ। ਭਲੋ ਸੰਦੇਹ ਆਪ ਮਨ ਠਾਨਾ। ਤੁਸੀਂ ਬੜਾ ਚੰਗਾ ਸੰਸਾ ਕੀਤਾ ਹੈ, ਸੰਗੇ ਢੰਗ ਨਾਲ ਸਵਾਲ ਕੀਤਾ, ਇਹਦਾ ਜਵਾਬ ਹੁਣ ਮੈਂ ਤੁਹਾਨੂੰ ਦੇਵਾਂਗਾ। ਉੱਤਰ ਸੁਨੋ ਦੇ ਨਿਜ ਕਾਨਾ। ਤੁਸੀਂ ਧਿਆਨ ਨਾਲ ਇਹਦਾ ਉੱਤਰ ਸੁਣਿਓ ਜਿਹੜਾ ਮੈਂ ਹੁਣ ਉੱਤਰ ਦੇਵਾਂਗਾ। ਕਿ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਉਹਦੇ 'ਚ ਹੋਰ ਢੰਗ ਨਾਲ ਕਥਾ ਲਿਖੀ ਹੈ ਤੇ ਮਾਂ ਕਵੀ ਜੀ ਨੇ ਹੋਰ ਢੰਗ ਨਾਲ ਬਿਆਨ ਕੀਤੀ ਹੈ। ਉਹਦਾ ਕਾਰਨ ਕੀ ਹੈ? ਕਹਿੰਦੇ ਉਹਦਾ ਜਵਾਬ ਮੈਂ ਹੁਣ ਤੁਹਾਨੂੰ ਦੇਵਾਂਗਾ। ਦੋਹਰਾ ਪ੍ਰਥਮੇ ਤੁਮ ਸੰਦੇਹ ਕੋ ਸਭ ਬਿਦ ਕਰੋ ਬਿਨਾਸ਼। ਪਹਿਲਾਂ ਤੁਹਾਡੇ ਮਨ ਦਾ ਸਾਰਾ ਸੰਦੇਹ ਮੈਂ ਨਿਵਾਰਾਂਗਾ, ਦੂਰ ਕਰਾਂਗਾ। ਬਦਲਹਿ ਤੇ ਉਚਰੋ ਬਹੁਰ ਸ਼੍ਰੀ ਨਾਨਕ ਪ੍ਰਕਾਸ਼। ਫਿਰ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਇਹ ਪਾਵਨ ਕਥਾ ਵਰਣਨ ਕਰਾਂਗਾ। ਪਹਿਲਾਂ ਤੁਹਾਡਾ ਸੰਸਾ ਨਿਵਾਰਾਂ। ਚੌਪਈ ਜਿਹ ਨਰ ਗੁਰ ਚਰਨਨ ਮਹਿ ਪ੍ਰੀਤਾ। ਭਾਈ ਸਾਹਿਬ ਕਹਿੰਦੇ ਜਿਨ੍ਹਾਂ ਨਰਾਂ ਦੀ ਗੁਰੂ ਚਰਨਾਂ ਨਾਲ ਪ੍ਰੀਤ ਹੈ, ਜਿਨ੍ਹਾਂ ਦੀ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੇਮ ਭਾਵ ਤੇ ਪ੍ਰੀਤ ਹੈ, ਕਹਿਤ ਸੁਨਤ ਕੀਰਤ ਇਹ ਰੀਤਾ। ਉਹ ਸਤਿਗੁਰਾਂ ਦੀ ਇਸ ਕੀਰਤੀ ਨੂੰ ਕਹਿੰਦੇ ਨੇ ਤੇ ਸੁਣਦੇ ਨੇ ਇਸ ਤਰ੍ਹਾਂ। ਕਰ ਸੰਸੈ ਬਿਨ ਸੰਸੇ ਹੋਏ। ਕਹਿੰਦੇ ਸੰਸਾ ਕਰਕੇ ਫਿਰ ਉਹ ਸੰਸੇ ਦਾ ਨਿਵਾਰਨ ਕਰਨਾ, ਇਹ ਗੁਰੂ ਕੇ ਸਿੱਖਾਂ ਦੀ ਚੰਗੀ ਮਰਿਆਦਾ ਹੈ ਕਿ ਸੰਸਾ ਹੋਵੇ, ਫਿਰ ਸੰਸੇ ਦਾ ਨਾਲ ਨਿਵਾਰਨ ਵੀ ਹੋਣਾ ਚਾਹੀਦਾ ਹੈ। ਆਨ ਥਾਨ ਲਹਿ ਭਰਮੈ ਸੋਏ। ਜਿਹੜਾ ਇਸ ਤਰ੍ਹਾਂ ਕਥਾ ਦੇ ਵਿੱਚੋਂ ਸੰਸਿਆਂ ਦੀ ਨਿਰਵਿਰਤੀ ਕਰ ਲੈਂਦਾ ਆਪਣੀ, ਉਹ ਫਿਰ ਹੋਰ ਥਾਵਾਂ ਤੇ ਨਹੀਂ ਭਰਮਦਾ, ਉਹਨੂੰ ਫਿਰ ਦੁਬਾਰਾ ਕਿਸੇ ਪ੍ਰਕਾਰ ਦਾ ਭਰਮ ਨਹੀਂ ਪੈਂਦਾ। ਜਦੋਂ ਗੁਰੂ ਖਾਲਸਾ ਜੀ ਗੁਰੂ ਸਾਹਿਬ ਜੀ ਦੀ ਇਹ ਸੰਪੂਰਨ ਕਥਾ ਕੋਈ ਸਰਵਣ ਕਰ ਲੈਂਦਾ ਹੈ, ਉਹਨੂੰ ਕਦੇ ਫਿਰ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਪੈਂਦਾ, ਉਹਦੇ ਸਾਰੇ ਸ਼ੰਕੇ ਨਿਵਰਤ ਹੋ ਜਾਂਦੇ ਹਨ। ਇਹ ਸਤਿਗੁਰਾਂ ਦੀ ਅੰਮ੍ਰਿਤ ਕਥਾ ਦਾ ਮਹਾਤਮ ਹੈ। ਗੁਰਪਦ ਪੰਕਜ ਨਿਸ਼ਚਾ ਧਰਹੀ। ਉਹਨਾਂ ਦੇ ਮਨਾਂ 'ਚ ਗੁਰੂ ਸਾਹਿਬ ਦੇ ਚਰਨ ਕਮਲਾਂ ਪ੍ਰਤੀ ਨਿਸ਼ਚਾ ਤੇ ਪ੍ਰੇਮ ਬਣ ਜਾਂਦਾ ਹੈ। ਆਨ ਦੇਵ ਕੀ ਆਸ ਨ ਕਰਹੀ। ਉਹ ਫਿਰ ਕੇਵਲ ਆਪਣੇ ਸਤਿਗੁਰਾਂ ਦੀ ਆਸ ਰੱਖਦਾ ਸਿੱਖ, ਗੁਰੂ ਤੋਂ ਬਿਨਾਂ ਕਿਸੇ ਹੋਰ ਦੇਵਤੇ ਦੀ ਆਸ ਨਹੀਂ ਰੱਖਦਾ। ਉਹਦੇ ਅੰਦਰ ਇਹ ਭਾਵਨਾ ਬਣ ਜਾਂਦੀ ਹੈ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੁਲ ਕਿਸੇ ਦੂਸਰੇ ਨੂੰ ਨਹੀਂ ਜਾਣਦਾ। ਭੂਪਤ ਸੇਵੈ ਭੂਪਤ ਜਾਚ ਹੈ। ਜਿਹੜਾ ਰਾਜੇ ਨੂੰ ਸੇਵਦਾ ਉਹ ਰਾਜੇ ਕੋਲੋਂ ਹੀ ਮੰਗਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਮਹਾਰਾਜੇ ਦੀ ਰਾਜੇ ਦੀ ਸੇਵਾ ਕਰੇ ਨਾ, ਉਹ ਫਿਰ ਰਾਜੇ ਕੋਲੋਂ ਹੀ ਮੰਗਦਾ ਹੈ। ਪ੍ਰਿਤ ਜਾਚਕ ਪਰ ਕੈਸੇ ਰਾਚ ਹੈ। ਜਿਹੜਾ ਰਾਜੇ ਦੀ ਸੇਵਾ ਕਰਕੇ ਰਾਜੇ ਕੋਲੋਂ ਹੀ ਮੰਗਦਾ, ਉਹ ਨੌਕਰ ਕੋਲੋਂ ਨਹੀਂ ਮੰਗਦਾ, ਰਾਜੇ ਦੇ ਕੋਲੋਂ। ਉਹਨੂੰ ਪਤਾ ਵੀ ਮੈਂ ਸਿੱਧਾ ਰਾਜੇ ਨਾਲ ਮੇਰਾ ਸੰਬੰਧ ਆ, ਮੈਂ ਵਿੱਚ ਨੌਕਰ ਦੇ ਕੋਲੋਂ ਕਿਉਂ ਹੱਥ ਤੱਡ ਕੇ ਮੰਗਦਾ ਫਿਰਾਂ। ਉਹ ਤਾਂ ਸਿੱਧਾ ਰਾਜੇ ਦੇ ਕੋਲੋਂ ਹੀ ਮੰਗਦਾ ਹੈ। ਸੂਰਜ ਹੇਰ ਕਮਲ ਬਿਗਸਾਵੇ। ਕਿਉਂ? ਜਿਹੜੇ ਗੁਰੂ ਕੀ ਸੇਵਾ ਕਰਦੇ ਨੇ ਨਾ, ਉਹ ਗੁਰੂ ਕੋਲੋਂ ਹੀ ਮੰਗਦੇ ਆ। ਜਿਹੜੇ ਸਤਿਗੁਰਾਂ ਦੇ ਦਰ ਘਰ ਦੇ ਨੌਕਰ ਨੇ, ਆ ਜਿੰਨੀਆਂ ਸ਼ਕਤੀਆਂ ਨੇ ਸੰਸਾਰ ਦੀਆਂ, ਗੁਰੂ ਨਾਨਕ ਦੇ ਘਰ ਦੀਆਂ ਨੌਕਰ ਨੇ, ਉਹਨਾਂ ਨੌਕਰਾਂ ਕੋਲੋਂ ਕਿਉਂ ਮੰਗਣਾ? ਫਿਰ ਤਾਂ ਮਾਲਕ ਕੋਲੋਂ ਹੀ ਮੰਗੀਏ ਨਾ ਸਿੱਧਾ। ਫਿਰ ਮਹਾਰਾਜ ਜੀ ਦੂਸਰੀ ਉਦਾਹਰਣ ਦਿੰਦੇ ਮਾਂ ਕਵੀ ਜੀ, ਦੁਬਾਰਾ ਪੜੋ ਜੀ। ਸੂਰਜ ਹੇਰ ਕਮਲ ਬਿਗਸਾਵੇ। ਕਹਿੰਦੇ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ ਹੈ। ਖਦਿਓ ਤਹਿ ਤੇ ਕਿਉਂ ਹਰ ਖਾਵੇ। ਕਹਿੰਦੇ ਸੂਰਜ ਨੂੰ ਵੇਖ ਕੇ ਕਮਲ ਖਿੜ ਜਾਂਦਾ ਹੈ, ਪਰ ਜੇ ਸੂਰਜ ਦੇ ਸਾਹਮਣੇ, ਸੂਰਜ ਨੂੰ ਪਾਸੇ ਕਰਕੇ ਸਾਹਮਣੇ ਟਟਹਿਣਾ ਜਿਹਾ ਆ ਜੋ ਜੁਗ ਨੂੰ ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ ਵੇਖ ਕੇ ਕਦੇ ਕਮਲ ਦਾ ਫੁੱਲ ਖਿੜਦਾ ਨਹੀਂ ਨਾ ਖਿੜਦਾ। ਏਦਾਂ ਗੁਰੂ ਕਾ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਆਨ ਦੇਵੀ ਦੇਵ ਦੇ ਕੋਲੋਂ ਨਹੀਂ ਮੰਗਦਾ, ਨਾ ਹੀ ਉਹਦੀ ਉੱਥੋਂ ਪੂਰੀ ਪਹਿਣੀ ਹੈ, ਨਾ ਹੀ ਉਹਨੇ ਖਿੜਦਾ।
ਉਹਨੇ ਕੇਵਲ ਆਪਣੇ ਗੁਰੂ ਦੇ ਚਰਨਾਂ ਚੋਂ ਹੀ ਮੰਗਣਾ ਹੈ। ਚੰਦ ਚਕੋਰ ਚਿਤਵ ਸੁਖ ਪਾਵੇ। ਹੁਣ ਤੀਸਰੀ ਉਦਾਹਰਣ ਦਿੰਦੇ ਮਹਾਕਵੀ ਜੀ, ਕਹਿੰਦੇ ਜਿਵੇਂ ਚੰਨ ਨੂੰ ਵੇਖ ਕੇ ਚਕੋਰ ਖੁਸ਼ ਹੁੰਦੀ ਹੈ, ਕਹੋ ਤਾਰਨ ਤੇ ਕਿਉਂ ਤ੍ਰਿਪਤਾਵੇ। ਹੁਣ ਕਹਿੰਦੇ ਚਕੋਰ ਚੰਨ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਜੇ ਚੰਨ ਨਾ ਚੜੇ ਤੇ ਕੱਲੇ ਤਾਰਿਆਂ ਨੂੰ ਵੇਖ ਕੇ ਤਾਂ ਨਹੀਂ ਨਾ ਖੁਸ਼ ਹੁੰਦੀ, ਤਾਰਿਆਂ ਨਾਲ ਤਾਂ ਨਹੀਂ ਚਕੋਰ ਦੀ ਪੂਰੀ ਪੈਣੀ। ਇਉਂ ਗੁਰੂ ਕੇ ਸਿੱਖ ਗੁਰੂ ਤੋਂ ਬਿਨਾਂ ਕਿਸੇ ਹੋਰ ਤੇ ਆਸ ਨਹੀਂ ਰੱਖਦੇ, ਜਿਵੇਂ ਚਕੋਰ ਚੰਨ ਨੂੰ ਛੱਡ ਕੇ ਤਾਰਿਆਂ ਦੀ ਆਸ ਨਹੀਂ ਰੱਖਦੀ। ਦੋਹਰਾ ਪੂਰਬ ਪੋਥੀ ਜੋ ਲਿਖੀ ਸ਼੍ਰੀ ਨਾਨਕ ਇਤਿਹਾਸ। ਇਸ ਕਰਕੇ ਗੁਰਸਿੱਖੋ ਇਹ ਗੱਲ ਸੁਣ ਲਓ, ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਕੋਈ ਵੀ ਨਹੀਂ। ਹਿੰਦਾਲੀਏ ਨੇ ਕੀ ਕੀਤਾ, ਉਹਨੇ ਗੁਰੂ ਨਾਨਕ ਸਾਹਿਬ ਤੋਂ ਵੀ ਵੱਡਾ ਬਾਬੇ ਹਿੰਦਾਲ ਨੂੰ ਲਿਖ ਦਿੱਤਾ। ਭਾਈ ਸਾਹਿਬ ਕਹਿੰਦੇ ਮੈਨੂੰ ਤਾਂ ਸੋਧ ਕਰਨੀ ਪਈ ਆ ਉਸ ਪੋਥੀ ਦੀ, ਤਾਂ ਉਹਦੇ ਚ ਕੁਝ ਹੋਰ ਲਿਖਿਆ ਤੇ ਮੈਂ ਹੋਰ ਤਰੀਕੇ ਨਾਲ ਕਿਹਾ। ਜਿੱਡਾ ਵੱਡਾ ਮਰਜ਼ੀ ਕੋਈ ਮਹਾਂਪੁਰਸ਼ ਹੋਵੇ, ਜਿੱਡਾ ਵੱਡਾ ਮਰਜ਼ੀ ਕੋਈ ਮਹਾਤਮਾ ਹੋਵੇ, ਖਾਲਸਾ ਜੀ ਗੁਰੂ ਕੇ ਸਿੱਖ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਕਿਸੇ ਨੂੰ ਨਹੀਂ ਜਾਣਨਾ। ਸਤਿ ਸ੍ਰੀ ਅਕਾਲ। ਅਕਸਰ ਕਈ ਵਾਰੀ ਗੁਰਸਿੱਖ ਸ਼ਰਧਾ ਭਾਵਨਾ ਦੇ ਵਸ ਹੋਏ ਕਿਸੇ ਮਹਾਂਪੁਰਸ਼ ਨਾਲ ਜੁੜੇ ਹੋਣ ਤਾਂ ਇੱਥੋਂ ਤੱਕ ਕਹਿ ਦਿੰਦੇ ਜੀ ਸਾਡੇ ਮਹਾਂਪੁਰਸ਼ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਸਨ। ਇੱਥੋਂ ਤੱਕ ਵੀ ਕਹਿੰਦੇ ਆ ਉਹਨਾਂ ਨੂੰ ਲਾਜ ਨਹੀਂ ਆਉਂਦੀ। ਬਹੁਤ ਸਾਰੇ ਐਸੇ ਵੀਰ ਨੇ, ਕਈਆਂ ਦੇ ਮਨਾਂ 'ਚ ਰੰਜ ਹੋਵੇਗਾ, ਹੋਈ ਜਾਵੇ, ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ। ਪਰ ਇਹ ਗੱਲ ਯਾਦ ਰੱਖਿਓ, ਜਿੱਡਾ ਵੱਡਾ ਕੋਈ ਮਰਜ਼ੀ ਮਹਾਤਮਾ ਹੋਵੇ, ਮਹਾਂਪੁਰਸ਼ ਹੋਵੇ, ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਗੁਰਸਿੱਖ ਨੇ ਕਦੇ ਨਹੀਂ ਜਾਣਨਾ। ਹਾਂ, ਉਹਨਾਂ ਦਾ ਸਤਿਕਾਰ ਕਰਨਾ ਹੈ ਵੀ ਗੁਰੂ ਨਾਨਕ ਦੇ ਘਰ ਦੇ ਸੇਵਕ ਨੇ, ਗੁਰੂ ਨਾਨਕ ਸਾਹਿਬ ਦੇ ਘਰ ਦੇ ਮਹਾਂਪੁਰਸ਼ ਨੇ, ਮਹਾਤਮਾ ਨੇ। ਪਰ ਗੁਰੂ ਸਾਹਿਬ ਦੇ ਤੁਲ ਜਾਣ ਕੇ ਕਹਿਣਾ ਜੀ ਇਹ ਤਾਂ ਫਲਾਣੇ ਗੁਰੂ ਸਾਹਿਬ ਦਾ ਅਵਤਾਰ ਨੇ ਜੀ, ਇਹ ਤਾਂ ਗੁਰੂ ਰਾਮਦਾਸ ਸਾਹਿਬ ਦਾ ਜੀ ਉਹਨਾਂ ਦੇ ਹੀ ਰੂਪ ਨੇ ਜੀ। ਭਾਈ ਕਦੇ ਵੀ ਕਿਸੇ ਸਿੱਖ ਨੇ ਜਿਵੇਂ ਭਾਵੇਂ ਮਹਾਨ ਪਦਵੀ ਤੇ ਪਹੁੰਚ ਗਏ, ਬਾਬਾ ਬੁੱਢਾ ਸਾਹਿਬ ਜੀ ਨੇ ਕਦੇ ਨਹੀਂ ਆਖਿਆ ਸਾਨੂੰ ਗੁਰੂ ਤੁਲ ਪੂਜੋ। ਆਖਿਆ ਸਾਹਿਬ ਦੇ ਚਰਨਾਂ ਦੇ ਅਸੀਂ ਸੇਵਕ ਹਾਂ, ਭੋਰੇ ਹਾਂ। ਕਈ ਵਾਰੀ ਸ਼ਰਧਾ ਵਸ ਹੋਏ ਗੁਰਸਿੱਖ ਏਦਾਂ ਦੇ ਕੱਚੇ ਪਿੱਲੇ ਬੋਲ ਬਹਿੰਦੇ ਆ। ਮਹਾਂਕਵੀ ਜੀ ਨੇ ਸਾਨੂੰ ਇੱਥੇ ਤਾੜਨਾ ਕਰ ਦਿੱਤੀ ਹੈ। ਏਦਾਂ ਹਿੰਦਾਲੀਆਂ ਨੇ ਵੀ ਕੀਤਾ। ਬਾਬੇ ਹਿੰਦਾਲ, ਭਾਈ ਹਿੰਦਾਲ ਜੀ ਤਾਂ ਮਹਾਂਪੁਰਸ਼ ਸੀ, ਅੱਗੋਂ ਉਹਨਾਂ ਦਾ ਜਿਹੜਾ ਪੋਤਰਾ ਸੀ ਉਹ ਨਕੰਮਾ ਸੀ। ਇਹਨਾਂ ਨੂੰ ਲਿਖਿਆ ਭਾਈ ਰਤਨ ਸਿੰਘ ਨੇ ਜੰਡਿਆਲੀਆ ਗੁਰੂ ਲੋਪੀ, ਜਿਹਨੇ ਆਪਣਾ ਗੁਰੂ ਅਲੋਪ ਕੀਤਾ। ਵੀ ਕਹਿੰਦੇ ਜੀ ਅਸੀਂ ਤਾਂ, ਸਾਡਾ ਤਾਂ ਹਿੰਦਾਲ ਸਿੱਧਾ ਆਕਾਸ਼ ਤੋਂ ਡਿੱਗਾ ਸੀ ਥੱਲੇ, ਉਹਨੇ ਨਹੀਂ ਕਿਸੇ ਦੇ ਕੋਲ ਜਾ ਕੇ ਦੀਕਸ਼ਾ ਲਈ। ਉਹ ਕਹਿੰਦੇ ਉਹ ਤਾਂ ਗੁਰੂ ਨਾਨਕ ਸਾਹਿਬ ਵੀ ਉਹਨਾਂ ਦੇ ਕੋਲ ਆਉਂਦੇ ਰਹੇ। ਇਦਾਂ ਦੀਆਂ ਗੱਲਾਂ ਉਹਨੇ ਕਹਾਣੀਆਂ ਊਟ ਪਟਾਂਗ ਬਣਾ ਕੇ ਲਿਖ ਦਿੱਤੀਆਂ ਸੀ ਵਿੱਚ। ਭਾਈ ਸਾਹਿਬ ਹੁਣ ਦੱਸ ਰਹੇ ਨੇ, ਕਹਿੰਦੇ ਪੂਰਬ ਪੋਥੀ ਜੋ ਲਿਖੀ ਸ਼੍ਰੀ ਨਾਨਕ ਇਤਿਹਾਸ। ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਜਿਹੜੀ ਕਥਾ ਗੁਰੂ ਅੰਗਦ ਸਾਹਿਬ ਦੇ ਸਮੇਂ ਭਾਈ ਬਾਲਾ ਜੀ ਨੇ ਸੁਣਾਈ ਤੇ ਪੈੜੇ ਮੋਖੇ ਨੇ ਲਿਖੀ ਸੀ। ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼। ਭਾਈ ਬਾਲਾ ਜੀ ਨੇ ਆਪਣੇ ਮੁਖੋਂ ਕਥਾ ਕਹੀ ਸੀ। ਚੌਪਈ ਜਬ ਬੈਕੁੰਠ ਅੰਗਦ ਗੁਰ ਗਏ। ਜਦੋਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਕੁੰਠ ਗਏ, ਅਮਰਦਾਸ ਗੁਰ ਹੋਵਤ ਭਏ। ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਗੁਰਗੱਦੀ ਤੇ ਬੈਠੇ। ਬਹੁ ਸਿੱਖਨ ਕੋ ਕੀਲ ਉਧਾਰਾ। ਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਸਾਹਿਬ 'ਚ 22 ਸਾਲ ਗੁਰਤਾ ਗੱਦੀ ਕੀਤੀ ਤੇ 22 ਸਾਲ ਗੁਰਗੱਦੀ ਤੇ ਰਹਿ ਕੇ ਅਨੇਕਾਂ ਜੀਵਾਂ ਦਾ ਪਾਰ ਉਤਾਰਾ ਕੀਤਾ। ਦੰਭ ਕੁਮਾਰਗ ਭਵ ਨਿਰਵਾਰਾ। ਅਨੇਕਾਂ ਪਖੰਡੀਆਂ ਦੇ ਪਖੰਡ ਨੂੰ ਦੂਰ ਕਰਕੇ ਤਿਨਾਂ ਨੂੰ ਭਵ ਸਾਗਰ ਤੋਂ ਤਾਰਿਆ। ਅਮਰਦਾਸ ਗੁਰ ਤੇ ਪਛਾਤਾ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਾਅਦ ਰਾਮਦਾਸ ਪੇ ਭਵ ਬਖਿਆਤਾ। ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਸੰਸਾਰ 'ਚ ਪ੍ਰਗਟ ਹੋਏ। ਤਿਨ ਹਦੂਰ ਸਿੱਖ ਭਇਓ ਹਿੰਦਾਲਾ। ਇਹ ਜਿਹੜਾ ਭਾਈ ਹਿੰਦਾਲ ਸੀ, ਇਹ ਗੁਰੂ ਰਾਮਦਾਸ ਸਾਹਿਬ ਦਾ ਹਜ਼ੂਰੀ ਸੇਵਕ ਸੀ।
ਇਹ ਚੌਥੇ ਪਾਤਸ਼ਾਹ ਦੀ ਇਹਨੇ ਸੇਵਾ ਕੀਤੀ ਸੀ ਭਾਈ ਹੰਦਾਲ ਨੇ, ਜੰਡਿਆਲੇ ਵਾਲੇ ਨੇ। ਤਾਂ ਪਰ ਸ੍ਰੀ ਗੁਰ ਬਹੁਤ ਕਿਰਪਾਲਾ। ਭਾਈ ਹੰਦਾਲ ਦੇ ਉੱਤੇ ਗੁਰੂ ਰਾਮਦਾਸ ਸਾਹਿਬ ਬੜੇ ਖੁਸ਼ ਹੋਏ, ਕਿਉਂਕਿ ਗੁਰਸਿੱਖ ਸੀ, ਸਤਿਗੁਰਾਂ ਦੀ ਬੜੀ ਭਾਰੀ ਸੇਵਾ ਕੀਤੀ ਸੀ ਇਹਨੇ। ਟਹਿਲ ਦੇਗ ਕੀ ਅਧਿਕ ਕਰੇਈ। ਇਹ ਗੁਰੂ ਕੇ ਲੰਗਰਾਂ 'ਚ ਸੇਵਾ ਕਰਦਾ ਸੀ, ਲੰਗਰ ਪਕਾਉਣ ਦੀ ਸੇਵਾ ਕਰਦਾ ਸੀ ਭਾਈ ਹੰਦਾਲ। ਮਨ ਸਥਿਰ ਨਹਿ ਡੋਲਣ ਦੇਈ। ਮਨ ਟਿਕਾ ਕੇ ਸੇਵਾ ਕਰਦਾ ਸੀ, ਮਨ ਡੋਲਣ ਨਹੀਂ ਸੀ ਦਿੰਦਾ। ਮਨ ਨੂੰ ਟਿਕਾ ਕੇ ਸੇਵਾ 'ਚ ਤਤਪਰ ਰਹਿੰਦਾ ਭਾਈ ਹੰਦਾਲ। ਪੂਰਨ ਸਿੱਖ ਹੋਏ ਸੁਖ ਪਾਇਆ। ਪੂਰਨ ਸਿੱਖ ਹੋ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਚੋਂ ਇਹਨੇ ਸੁਖ ਪ੍ਰਾਪਤ ਕੀਤਾ। ਮਾਨਤ ਗੁਰ ਕੀ ਸਦਾ ਰਜਾਇਆ। ਸਤਿਗੁਰਾਂ ਦੀ ਰਜਾ ਮੰਨਦਾ ਸੀ, ਮਹਾਰਾਜ ਜੀ ਦਾ ਭਾਣਾ ਮੰਨਦਾ ਸੀ। ਦੋਹਰਾ ਟਹਿਲ ਦੇਗ ਕੀ ਕਰਤ ਜਹੈ ਤਹ ਆਏ ਗੁਰ ਸੋਏ। ਕਹਿੰਦੇ ਇੱਕ ਦਿਨ ਦਾ ਬਚਨ, ਭਾਈ ਹੰਦਾਲ ਜੀ ਲੰਗਰ 'ਚ ਆਟਾ ਗੁੰਨਦੇ ਸਨ। ਆਟਾ ਗੁੰਨਣ ਦੀ ਸੇਵਾ ਕਰ ਰਹੇ, ਬੜੀ ਵੱਡੀ ਸੇਵਾ। ਆਟਾ ਗੁੰਨਣ ਵਾਸਤੇ ਬਲ ਲੱਗਦਾ, ਤਾਣ ਲੱਗਦਾ ਹੈ। ਤੇ ਭਾਈ ਹੰਦਾਲ ਜੀ ਆਟਾ ਗੁੰਨ ਰਹੇ, ਇੰਨੇ ਨੂੰ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜਿਵੇਂ ਟਹਿਲਦੇ ਸੁਭਾਵਕ ਹੀ ਲੰਗਰਾਂ ਵਿੱਚ ਗੇੜਾ ਮਾਰਨ ਆਏ। ਸੋਢ ਬੰਸ ਸਵਤਾ ਭਏ ਰਾਮਦਾਸ ਪ੍ਰਭ ਜੋਏ। ਸੋਢੀਆਂ ਦੀ ਕੁੱਲ ਦੇ ਸੂਰਜ ਨੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਸੋਢੀਆਂ ਦੀ ਕੁੱਲ ਨੂੰ ਪ੍ਰਕਾਸ਼ਿਆ, ਉਹ ਸਹਿਜੇ ਹੀ ਸੁਤੇ ਸੇਧੀ ਚੱਲ ਕੇ ਆਏ। ਚੌਪਈ ਢੇਰ ਉਠਿਓ ਗੁਰ ਕੋ ਤਤਕਾਲਾ। ਭਾਈ ਹੰਦਾਲ ਆਟਾ ਗੁੰਨਦਾ ਸੀ, ਹੱਥ ਲਿਬੜੇ ਹੋਏ ਸੀ ਆਟੇ ਨਾਲ। ਜਦੋਂ ਸਤਿਗੁਰਾਂ ਨੂੰ ਆਉਂਦਿਆਂ ਵੇਖਿਆ ਤੇ ਵੇਖਦਿਆਂ ਕਾਹਲੀ ਨਾਲ ਉੱਠੇ। ਪ੍ਰੇਮ ਮਗਨ ਮਹਿਰ ਦਾ ਬਿਸਾਲਾ। ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਮਗਨ ਹੋ ਕੇ ਹਿਰਦੇ ਦੇ ਵਿੱਚ ਰੰਗ ਕੇ ਆਪਣੇ ਆਪ ਨੂੰ ਮੰਡਤ ਆਟਾ ਕਰ ਸੋ ਲਾਗਿਓ। ਆਟਾ ਗੁੰਨਦਿਆਂ ਹੱਥਾਂ ਨੂੰ ਆਟਾ ਲੱਗਾ ਹੋਇਆ ਸੀ। ਦੇਖਤ ਪ੍ਰਭ ਕੋ ਟਹਿਲ ਤੇ ਆਗਿਓ। ਮਹਾਰਾਜ ਜੀ ਨੂੰ ਵੇਖ ਕੇ ਉਹ ਆਟਾ ਗੁੰਨਣਾ ਵਿੱਚ ਛੱਡ ਕੇ ਪ੍ਰਿਸ਼ਟ ਹਾਥ ਧਰ ਬੰਧਨ ਕੀਨੀ। ਸੋਚਿਆ ਵੀ ਚਰਨਾਂ ਤੇ ਹੱਥ ਲਾਵਾਂਗਾ ਤੇ ਪਾਤਸ਼ਾਹ ਦੇ ਚਰਨਾਂ ਨੂੰ ਆਟਾ ਲੱਗ ਜਾਏਗਾ ਤੇ ਨਮਸਕਾਰ ਵੀ ਕਰਨੀ ਹੈ। ਕੀ ਕੀਤਾ ਭਾਈ ਹੰਦਾਲ ਨੇ, ਆਪਣੇ ਹੱਥ ਨਾ ਪਿਛਲੇ ਪਾਸੇ ਪਿੱਠ ਤੇ ਕਰ ਲਏ ਤੇ ਪਿਛਲੇ ਪਾਸੇ ਪਿੱਠ ਤੇ ਕਰਕੇ ਤੇ ਮੱਥਾ ਮਹਾਰਾਜ ਜੀ ਦੇ ਚਰਨਾਂ ਤੇ ਧਰ ਕੇ ਮੱਥਾ ਟੇਕਿਆ। ਇਉਂ ਪ੍ਰੇਮ ਨਾਲ ਨਮਸਕਾਰ ਕੀਤੀ। ਲੱਗੈ ਨਾ ਮਾਟੀ ਕਰ ਔਰ ਚੀਨੀ। ਔਰ ਫਿਰ ਇਹ ਵੀ ਸੋਚਿਆ ਵੀ ਜੇ ਥੱਲੇ ਜ਼ਮੀਨ ਤੇ ਹੱਥ ਲਾਵਾਂਗਾ ਤੇ ਹੱਥਾਂ ਨੂੰ ਮਿੱਟੀ ਲੱਗ ਜਾਏਗੀ ਤੇ ਆਟਾ ਗੁੰਨਣਾ ਵਿੱਚ ਕਿਰਕ ਲੱਗ ਪੈ ਜਾਏਗੀ। ਤਬ ਤੇ ਬਖਸ਼ ਗੁਰੂ ਕੀ ਭਈ। ਮਹਾਰਾਜ ਜੀ ਨੇ ਵੇਖਿਆ ਵੀ ਦੋ ਭਾਵ ਸੀ ਹੰਦਾਲ ਜੀ ਦੇ ਅੰਦਰ। ਇੱਕ ਕਿਤੇ ਸਤਿਗੁਰਾਂ ਦੇ ਚਰਨਾਂ ਨੂੰ ਆਟਾ ਨਾ ਲੱਗ ਜਾਏ, ਦੂਜਾ ਇਹ ਵੀ ਥੱਲੇ ਮਿੱਟੀ ਲੱਗੇਗੀ ਹੱਥਾਂ ਨੂੰ ਤੇ ਆਟੇ ਵਿੱਚ ਪਾਵਾਂਗਾ ਹੱਥ, ਫਿਰ ਆਟੇ 'ਚ ਮਿੱਟੀ ਹੋਵੇਗੀ ਤੇ ਪ੍ਰਸ਼ਾਦਾ ਸੰਗਤ ਨੇ ਛਕਣਾ ਤੇ ਕਿਰਕ ਆਵੇਗੀ ਦੰਦਾਂ ਥੱਲੇ। ਇਹ ਵੀ ਭਾਵਨਾ ਵੇਖੀ। ਗੁਰੂ ਕੇ ਸਿੱਖ ਭਾਵਨਾ ਨਾਲ ਲੰਗਰ ਤਿਆਰ ਕਰਦੇ ਆ। ਉਹ ਇਹ ਵੇਖਦੇ ਆ ਵੀ ਕਿਤੇ ਲੰਗਰ ਦੇ ਵਿੱਚ ਇਹ ਪ੍ਰਸ਼ਾਦਾ ਸੰਗਤ ਨੇ ਛਕਣਾ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਊਣਤਾਈ ਨਾ ਹੋਵੇ। ਇਹ ਨਹੀਂ ਅੱਜ ਕੱਲ ਬਹੁਤ ਸਾਰੇ ਵੀਰ ਆਪਣੀ ਨੀਚ ਬਿਰਤੀ ਦਾ ਪ੍ਰਮਾਣ ਦਿੰਦਿਆਂ ਹੋਇਆਂ ਵੀ ਜਿਹੜੀ ਚੀਜ਼ ਗਲੀ ਸੜੀ ਹੋਵੇ ਵੀ ਚਲੋ ਕਿਤੇ ਕੰਮ ਨਹੀਂ ਆਉਂਦੀ ਲੰਗਰ 'ਚ ਪਾ ਦਿਓ। ਇਦਾਂ ਦੀ ਬਿਰਤੀ ਦੇ ਲੋਕ ਵੀ ਹੈਣ ਵੀ ਆਟਾ ਗੁੰਨਣ ਵੇਲੇ ਨਹੀਂ ਵੇਖਣਾ ਵੀ ਇਹਦੇ ਵਿੱਚ ਭਾਈ ਆਟੇ 'ਚ ਕੋਈ ਮਾੜੀ ਚੀਜ਼ ਛੈ ਨਾ ਪੈ ਜਾਏ, ਵੀ ਸਾਫ਼ ਸਫਾਈ ਦੇ ਨਾਲ ਪਹਿਰੇ ਰੱਖ ਕੇ ਵੀ ਮਿੱਟੀ ਨਾ ਪੈ ਜਾਏ, ਕਿਰਕ ਨਾ ਪੈ ਜਾਏ। ਕਹਿੰਦੇ ਕੋਈ ਨਹੀਂ ਜੀ, ਲੰਗਰ 'ਚ ਸਭ ਕੁਝ ਮਾਫ ਹੁੰਦਾ। ਜੇ ਕਹੋ ਨਾ ਉਹਨਾਂ ਨੂੰ, ਫਿਰ ਕਹਿੰਦੇ ਕਿ ਕੋਈ ਨਹੀਂ ਜੀ, ਲੰਗਰ 'ਚ ਸਭ ਕੁਝ ਮਾਫ ਹੁੰਦਾ। ਆ ਜਵਾਬ ਹੁੰਦਾ ਉਹਨਾਂ ਦਾ ਅੱਗੋਂ ਜ਼ਬਾਨ ਤੋਂ। ਭਾਈ ਗੁਰੂ ਕਾ ਲੰਗਰ ਤਿਆਰ ਕਰਨ ਵਾਲਾ ਜਿਹੜਾ ਵੀ ਸੇਵਾਦਾਰ ਸੇਵਾ ਕਰੇ, ਭਾਵਨਾ ਸਹਿਤ ਸੇਵਾ ਕਰੇ ਕਿ ਲੰਗਰ ਗੁਰੂ ਸਾਹਿਬ ਨੇ ਆਪਣੇ ਮੁਖ 'ਚ ਪਾਉਣਾ ਸੰਗਤ ਦੇ ਰੂਪ ਵਿੱਚ, ਸੰਗਤ ਦੇ ਰੂਪ ਦੇ ਵਿੱਚ, ਗੁਰਸਿੱਖਾਂ ਦੇ ਰੂਪ ਦੇ ਵਿੱਚ। ਤੇ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਵਿੱਚ ਹੀ ਵਰਤਦੇ ਆ। ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਜੀ ਆਪ ਵਰਤਦੇ ਹੈ। ਇਤਿਹਾਸ ਵਿੱਚ ਬਚਨ ਆਉਂਦਾ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨੂੰ ਸੇਵਕਾਂ ਬੇਨਤੀ ਕੀਤੀ, ਸਾਹਿਬ ਜੀ ਆਪ ਜੀ ਵੀ ਓਗਰਾ ਛਕਦੇ ਹੋ, ਅਸੀਂ ਕੋਲ ਬੈਠੇ ਖੀਰ ਛਕਦੇ ਹਾਂ, ਕਈ ਤਰ੍ਹਾਂ ਦੇ ਪਕਵਾਨ ਛਕਦੇ ਹਾਂ। ਮਹਾਰਾਜ ਤੁਸੀਂ ਅੱਠੀ ਪਹਿਰੀ ਓਗਰਾ ਛਕਦੇ ਹੋ, ਸਾਨੂੰ ਸ਼ਰਮ ਆਉਂਦੀ ਹੈ ਕੋਲ ਕਿ ਸਤਿਗੁਰੂ ਜੀ ਤਾਂ ਲੂਣਾ ਓਗਰਾ ਛਕਦੇ, ਅਸੀਂ ਕੋਲ ਬਹਿ ਕੇ ਖੀਰ ਪੂੜੀਆਂ ਛਕਦੇ ਹਾਂ। ਮਹਾਰਾਜ ਜੀ ਕਹਿੰਦੇ ਕੋਈ ਨਹੀਂ ਭਾਈ ਸਿੱਖੋ, ਤੁਸੀਂ ਜੋ ਛਕਦੇ ਹੋ ਵੀ ਤਾਂ ਅਸੀਂ ਛਕਦੇ ਹਾਂ। ਹੁਣ ਸਿੱਖਾਂ ਦੇ ਮਨ 'ਚ ਸੰਦੇਹ ਨਾ ਗਿਆ। ਸਤਿਗੁਰੂ ਜੀ ਨੇ ਓਗਰਾ ਛਕਿਆ। ਬਾਅਦ ਵਿੱਚ ਭਾਈ ਬੱਲੂ ਨੇ ਸਤਿਗੁਰਾਂ ਦੇ ਹੱਥ ਧੁਆਏ।
ਭਾਈ ਬੱਲੂ ਜੀ ਮਹਾਰਾਜ ਜੀ ਦੇ ਸੇਵਾਦਾਰ ਸਨ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੇ। ਭਾਈ ਬੱਲੂ ਜੀ ਨੇ ਹੱਥ ਧੋਆਏ ਤੇ ਪਾਤਸ਼ਾਹ ਨੇ ਚੂੜਾ ਕੀਤਾ। ਚੂੜਾ ਕਰਕੇ ਜਦੋਂ ਥਾਲ ਦੇ ਵਿੱਚ ਚੂੜਾ ਪਾਇਆ ਨਾ, ਜੋ ਜੋ ਗੁਰੂ ਕੀ ਸੰਗਤ ਨੇ ਛਕਿਆ ਸੀ ਉਹ ਸਤਿਗੁਰਾਂ ਦੇ ਮੁਖ ਚੋਂ ਚੂੜੇ ਦੇ ਨਾਲ ਥਾਲ ਦੇ ਵਿੱਚ ਨਜ਼ਰ ਆਇਆ। ਸਤਿ ਸ੍ਰੀ ਅਕਾਲ। ਇਹ ਵੇਖ ਕੇ ਸਾਰੇ ਸਿੱਖਾਂ ਦੇ ਮਨ ਨੂੰ ਸੰਤੁਸ਼ਟੀ ਹੋ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੈਂ ਸਿੱਖਾਂ ਵਿੱਚ ਵਰਤ ਕੇ ਭੋਗ ਲਾ ਲੈਣਾ, ਸਿੱਖਾਂ ਵਿੱਚ ਵਰਤ ਕੇ ਛਕ ਲੈਣਾ। ਪੂਰੇ ਸੰਸਾਰ ਭਰ ਦੇ ਵਿੱਚ ਸਤਿਗੁਰੂ ਜੀ ਦੀ ਇਹ ਕਲਾ ਵਰਤਦੀ ਹੈ, ਜਿੱਥੇ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਹੈ। ਇਸ ਕਰਕੇ ਲੰਗਰ ਪਕਾਉਣ ਵੇਲੇ ਗੁਰੂ ਕੇ ਸਿੱਖ ਨੇ ਜਿਹੜੇ ਲੰਗਰ ਪਕਾਉਂਦੇ ਐ, ਲੰਗਰ ਪਕਾਉਣ ਦੀ ਸੇਵਾ ਕਰਦੇ ਆ, ਭਾਵਨਾ ਸਹਿਤ ਸੇਵਾ ਕਰਿਆ ਕਰਨ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਭੋਜਨ ਛਕਣਾ ਹੈ। ਹਾਂ, ਉੱਥੇ ਬਹੁਤ ਸਾਰੇ ਉਹ ਵੀ ਆਉਂਦੇ ਆ ਜਿਹੜੇ ਸਿੱਖ ਧਰਮ ਨਾਲ ਸੰਬੰਧ ਨਹੀਂ ਰੱਖਦੇ। ਕਈ ਵਾਰੀ ਉਹਨਾਂ ਵੱਲ ਵੇਖ ਕੇ ਕੋਈ ਨਹੀਂ ਜੀ, ਇਹਨਾਂ ਨੇ ਖਾਣੀਆਂ ਨੇ ਰੋਟੀਆਂ, ਪਤਾ ਨਹੀਂ ਭਾਈ ਕਿਹਦੇ ਰੂਪ ਦੇ ਵਿੱਚ ਕਿਹਨੇ ਆ ਕੇ ਵਰਤ ਜਾਣਾ ਹੈ। ਇਸ ਕਰਕੇ ਗੁਰੂ ਕੇ ਲੰਗਰ ਦੇ ਵਿੱਚ ਭਾਵਨਾ ਸਹਿਤ ਗੁਰੂ ਕਾ ਸੇਵਕ ਸੇਵਾ ਕਰੇ। ਔਰ ਭਾਵਨਾ ਸਹਿਤ ਲੰਗਰ ਵੇਖੋ, ਭਾਈ ਹਿੰਦਾਲ ਨੇ ਉਹਨੇ ਆਖਿਆ ਮਿੱਟੀ ਲੱਗ ਜਾਏਗੀ ਹੱਥਾਂ ਨੂੰ, ਤੇ ਆਟਾ ਗੁੰਨਾਂਗਾ ਤੇ ਵਿੱਚ ਮਿੱਟੀ ਲੱਗੇਗੀ ਤੇ ਸੰਗਤ ਨੇ ਛਕਣਾ ਪ੍ਰਸ਼ਾਦਾ, ਉਹਨਾਂ ਦੇ ਦੰਦਾਂ ਥੱਲੇ ਕਿਰਕ ਆਵੇਗੀ, ਚੰਗੀ ਗੱਲ ਨਹੀਂ। ਇਹ ਦੋ ਭਾਵਨਾਵਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਹਿੰਦਾਲ ਦੀਆਂ ਵੇਖੀਆਂ। ਪ੍ਰਿਸ਼ਟ ਹਾਥ ਤਰ ਬੰਧਨ ਕਈ, ਉਹਨੇ ਹੱਥ ਪਿੱਛੇ ਪਿੱਠ ਤੇ ਰੱਖ ਕੇ ਬੰਦਨਾ ਕੀਤੀ। ਇਹ ਕੀ ਸੰਤਤ ਮਹਿ ਜੋ ਹੋਏ। ਮਹਾਰਾਜ ਜੀ ਨੇ ਵੇਖਿਆ ਕਿ ਕਹਿੰਦੇ ਭਾਈ ਹਿੰਦਾਲ ਦੀ ਸੰਤਾਨ ਵਿੱਚੋਂ ਜਿਹੜੇ ਅੱਗੋਂ ਉਹਦੇ ਪੁੱਤ ਪੋਤਰੇ ਪੜਪੋਤਰੇ ਹਨ, ਹੁਣ ਵੀ ਉਹਨਾਂ ਦੇ ਪਰਿਵਾਰ ਵਸਦੇ ਨੇ ਉੱਥੇ। ਹਾਥ ਪ੍ਰਿਸ਼ਟ ਤਰ ਬੰਧਾ ਸੋਏ, ਉਹ ਹੁਣ ਵੀ ਪਿੱਠ ਪਿੱਛੇ ਹੱਥ ਧਰ ਕੇ ਮੱਥਾ ਟੇਕਦੇ ਨੇ, ਹੁਣ ਵੀ ਇਦਾਂ ਹੀ ਹੈ। ਅਬ ਤੱਕ ਹੈ ਤਿਨਕੇ ਇਹ ਚਾਲੀ, ਮਾਂ ਕਵੀ ਜੀ ਕਹਿੰਦੇ ਹਾਲੇ ਤੱਕ ਉਹਨਾਂ ਦੀ ਇਹ ਮਰਿਆਦਾ ਇਸੇ ਤਰ੍ਹਾਂ ਹੀ ਚੱਲਦੀ ਹੈ। ਬਖਸ਼ ਕਰੀ ਸ਼੍ਰੀ ਗੁਰ ਜਿਹੇ ਢਾਲੀ, ਜਿਵੇਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ ਭਾਈ ਹਿੰਦਾਲ ਤੇ। ਦੋਹਰਾ ਤਿਹ ਕੀ ਸੰਤਤ ਕੇ ਵਿਖੈ ਇਹ ਸਾਕਤ ਪਾਨੀਰ। ਨੀਚ, ਨੀਰ ਤੇ ਨੀਚ ਚ ਫਰਕ ਹੈ। ਕਹਿਣ ਲੱਗੇ ਉਹਦੀ ਸੰਤਾਨ ਦੇ ਵਿੱਚ, ਹਿੰਦਾਲ ਦੀ ਅੱਗੋਂ ਔਲਾਦ ਵਿੱਚੋਂ ਉਹਦਾ ਪੋਤਰਾ ਬੜਾ ਨੀਚ ਜਿਹਾ ਬੰਦਾ ਹੋਇਆ ਇੱਕ। ਹਾਂਜੀ, ਸ਼੍ਰੀ ਨਾਨਕ ਇਤਿਹਾਸ ਜੋ ਆਵਾ ਤਿਹ ਕਰ ਬੀਚ। ਉਹ ਸਾਕਤ ਨੀਚ ਨੇ ਕੀ ਕੀਤਾ, ਉਹਦੇ ਹੱਥੋਂ ਪੋਥੀ ਲੱਗ ਗਈ ਜਿਹੜੀ ਗੁਰੂ ਅੰਗਦ ਸਾਹਿਬ ਨੇ ਲਿਖਾਈ ਸੀ ਭਾਈ ਬਾਲੇ ਕੋਲ। ਉਹਨੂੰ ਓਰੀਜਨਲ ਕਾਪੀ ਜਿਹੜੀ ਸੀ ਉਹ ਮਿਲ ਗਈ। ਚੌਪਈ ਗੁਰ ਅੰਗਦ ਜੀ ਜੋ ਲਿਖਵਾਈ, ਜਿਹੜੀ ਕਥਾ ਗੁਰੂ ਅੰਗਦ ਸਾਹਿਬ ਨੇ ਲਿਖਵਾਈ ਸੀ ਬਹੁ ਨੇ ਲਿਖੀ ਰਹੀ ਇਕ ਥਾਈ। ਉਹਦਾ ਹਲੇ ਵਿਸਥਾਰ ਨਹੀਂ ਸੀ ਹੋਇਆ, ਉਹਦੇ ਉਤਾਰੇ ਨਹੀਂ ਸੀ ਹੋਏ, ਕਿਤੇ ਇੱਕਾ ਦੁੱਕਾ ਉਤਾਰੇ ਹੋਏ ਸੀ, ਜ਼ਿਆਦਾ ਉਤਾਰੇ ਨਹੀਂ ਸੀ ਹੋਏ। ਇੱਕ ਕਬੀਰ ਬੰਸੀ ਮਿਲ ਤਾਹੀ, ਉਹ ਹਿੰਦਾਲੀਏ ਦੇ ਨਾਲ ਇੱਕ ਕਬੀਰ ਪੰਥੀ ਵੀ ਰਲ ਗਿਆ ਉਹਦੇ। ਹਾਂਜੀ, ਸੋ ਪੋਥੀ ਬੜ ਗੁਣ ਮਨ ਮਾਹੀ। ਉਹਨਾਂ ਨੇ ਉਹ ਪੋਥੀ ਪੜ੍ਹੀ ਤੇ ਵਿਚਾਰੀ, ਕਰ ਕੋ ਕਰਮ ਅਨਸੋਧ ਬਣਾਈ। ਉਹਨਾਂ ਨੇ ਕੁਕਰਮ ਕੀਤਾ ਤੇ ਹਿੰਦਾਲ ਨੂੰ ਕਬੀਰ ਨਾਲ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਵੀ ਕਬੀਰ ਦਾ ਸੇਵਕ ਬਣਾ ਦਿੱਤਾ। ਇਦਾਂ ਉਹਨਾਂ ਨੇ ਰਲ ਕੇ ਦੋਵਾਂ ਨੇ ਪੋਥੀ ਵਿਗਾੜੀ। ਆਪਨ ਵਡਿਨ ਕੀ ਕੀਰਤ ਪਾਈ, ਔਰ ਆਪਣੇ ਵੱਡਿਆਂ ਦੀ ਵਡਿਆਈ ਲਿਖ ਦਿੱਤੀ ਵਿੱਚ ਹਿੰਦਾਲ ਦੀ। ਬਚਨ ਅਨੁਚਿਤ ਲਿਖੇ ਸਮੁਦਾਏ, ਜਿਹੜੇ ਅਨੁਚਿਤ ਬੋਲ ਸੀ ਉਹ ਲਿਖੇ, ਜਿਨਕੇ ਪੜਨ ਸੁਨਨ ਅਗ ਪਾਏ। ਇਹਨੂੰ ਪੜ ਕੇ ਸੁਣ ਕੇ ਜੀਵ ਨੂੰ ਪਾਪ ਲੱਗਦਾ ਹੈ, ਇਦਾਂ ਦੇ ਬੋਲ ਲਿਖ ਦਿੱਤੇ ਹਿੰਦਾਲੀਏ ਨੇ। ਆਪਣਾ ਵੱਡਾ ਜਾਨ ਹਿੰਦਾਲੂ, ਕਹਿੰਦੇ ਆਪਣੇ ਵੱਡੇ ਹਿੰਦਾਲ ਨੂੰ ਜਾਣ। ਭਾਈ ਹਿੰਦਾਲ ਤਾਂ ਗੁਰਸਿੱਖ ਸੀ ਪਰ ਅੱਗੋਂ ਬੰਸ ਕਪੂਤ ਨਿਕਲ ਆਇਆ। ਹਾਂਜੀ, ਤਿਹ ਕੀ ਕੀਰਤ ਲਿਖੀ ਵਿਸਾਲੂ, ਉਹਦੀ ਕੀਰਤੀ ਲਿਖ ਦਿੱਤੀ ਗੁਰੂ ਨਾਨਕ ਸਾਹਿਬ ਤੋਂ ਵੀ ਵੱਡੀ ਕਰਕੇ। ਸ਼੍ਰੀ ਨਾਨਕ ਤੇ ਵੱਡੀ ਬਣਾਏ, ਗੁਰੂ ਨਾਨਕ ਸਾਹਿਬ ਤੋਂ ਵੀ ਵੱਡੀ ਵਡਿਆਈ ਕਰਕੇ ਲਿਖ ਦਿੱਤੀ ਹਿੰਦਾਲੀਏ ਨੇ। ਮਹਿਮਾ ਲਿਖਤ ਭਇਓ ਬਹੁ ਪਾਏ, ਔਰ ਬਹੁਤ ਪ੍ਰਕਾਰ ਨਾਲ ਮਹਿਮਾ ਲਿਖੀ ਹਿੰਦਾਲ ਦੀ। ਦੋਹਰਾ ਉਕਤ ਜੁਗਤ ਕਰ ਅਨੇਕ ਬਿਦ, ਸਾਖੀ ਕਰੀ ਅਸੋਧ। ਅਨੇਕ ਪ੍ਰਕਾਰ ਦੀਆਂ ਉਕਤੀਆਂ ਜੁਗਤੀਆਂ ਅਨੇਕ ਪ੍ਰਕਾਰ ਨਾਲ ਲਿਖ ਕੇ ਅਸੋਧ ਤਰੀਕੇ ਨਾਲ ਸਾਖੀ ਲਿਖ ਦਿੱਤੀ। ਸੁਨ ਕਰ ਭਰਮੇ ਨਰ ਬਹੁਤ, ਜਿਨਕੇ ਮਨ ਮਹਿ ਨਹਿ ਬੋਧ। ਹੁਣ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਉਹ ਸੁਣ ਕੇ ਕਈ ਭਰਮ ਗਏ ਵੀ ਵੇਖੋ ਜੀ ਆਹ ਲਿਖਿਆ ਹੋਇਆ ਹੈ ਭਾਈ ਬਾਲੇ ਵਾਲੀ ਜਨਮ ਸਾਖੀ 'ਚ ਲਿਖਿਆ ਹੋਇਆ, ਲਿਖਿਆ ਹਿੰਦਾਲੀਏ ਨੇ ਸੀ
ਲੋਕਾਂ ਦੇ ਵਿੱਚ ਏਦਾਂ ਭਰਮ ਪੈ ਗਿਆ। ਚੌਪਈ ਤਿਹ ਸਾਕਤ ਐਸੀ ਉਰ ਧਾਰੀ, ਏਦਾਂ ਉਸ ਸਾਕਤ ਨੇ ਆ ਮਾੜਾ ਕੰਮ ਕੀਤਾ। ਜਾਨ ਪਿਤਰ ਨਿਜ ਲਿਖਾ ਸੁਧਾਰੀ, ਆਪਣੇ ਵੱਡੇ ਦੀ ਮਹਿਮਾ ਜਿਹੜੀ ਸੀ ਉਹ ਲਿਖ ਦਿੱਤੀ ਗੁਰ ਕੇ ਸਿੱਖ ਹੋਏ ਅਧਿਕਾਈ। ਕਿ ਗੁਰੂ ਕੇ ਸਿੱਖ ਹੋਣਗੇ, ਸਾਡੇ ਚੇਲੇ ਬਣਨਗੇ ਆ ਕੇ ਲੋਕ। ਏਦਾਂ ਉਹਨੇ ਵਡਿਆਈ ਲਿਖੀ। ਹਮਰੀ ਸੇਵਕ ਹੈ ਮਨ ਲਾਈ, ਔਰ ਲੋਕ ਸਾਡੇ ਵੱਧ ਤੋਂ ਵੱਧ ਚੇਲੇ ਬਣ ਕੇ ਸਾਡੀ ਸੇਵਾ ਕਰਨਗੇ। ਇਹਨਾਂ ਹੰਦਾਲੀਆਂ ਨੇ ਖਾਲਸੇ ਪੰਥ ਦੇ ਨਾਲ ਬੜਾ ਵੈਰ ਕਮਾਇਆ। ਬਾਅਦ ਵਿੱਚ ਬੜੇ ਸਿੰਘ ਫੜਵਾ ਕੇ ਇਹਨਾਂ ਨੇ ਸ਼ਹੀਦ ਕਰਵਾਏ, ਉਹਨਾਂ ਦੇ ਸਿਰਾਂ ਦੇ ਮੁੱਲ ਵੱਟਦੇ ਰਹੇ। ਹਮਕੋ ਮਾਨਹਿਗੇ ਬਹੁ ਮਾਨਵ, ਇਹਨਾਂ ਨੇ ਆਖਿਆ ਵੀ ਸਾਡੀ ਪੂਜਾ ਹੋਵੇਗੀ ਤੇ ਉਸ ਤਰੀਕੇ ਨਾਲ ਇਹਨਾਂ ਨੇ ਆਪਣਾ ਗ੍ਰੰਥ ਲਿਖ ਲਿਆ ਲਿਖੀ ਅਧਿਕਤਾ ਉਰ ਇਹ ਆਨਵ, ਔਰ ਉਹਦੇ ਚ ਅਧਿਕ ਵਡਿਆਈ ਲਿਖ ਲਈ। ਪੂਰਬ ਪੋਥੀ ਹੁਤੀ ਜੋ ਸੋਈ, ਜਿਹੜੀ ਪਹਿਲਾਂ ਪੋਥੀ ਲਿਖੀ ਹੋਈ ਸੀ ਭਾਈ ਬਾਲੇ ਕੋਲੋਂ ਮਹਾਰਾਜ ਜੀ ਨੇ ਉਚਾਰਨ ਕਰਵਾ ਕੇ ਲਿਖਾਈ ਸੀ ਗੁਰੂ ਅੰਗਦ ਸਾਹਿਬ ਜੀ ਨੇ, ਦਈ ਪਿਪਾਸਾ ਬੀਚ ਡਬੋਈ, ਉਹ ਇਹਨੇ ਬਿਆਸ ਦਰਿਆ ਚ ਰੋੜ ਦਿੱਤੀ ਤੇ ਉਹਦੀ ਜਗ੍ਹਾ ਦੇ ਉੱਤੇ ਆ ਜਿਹੜੀ ਕੱਚੀ ਪਿੱਲੀ ਪੋਥੀ ਸੀ ਉਹ ਬਣਾ ਦਿੱਤੀ। ਪਰ ਉਹਦੇ ਉਤਾਰੇ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਕਿਤੇ ਇੱਕਾ ਦੁੱਕਾ ਰਹਿ ਗਏ, ਜਿਹੜੇ ਬਾਅਦ ਵਿੱਚ ਗੁਰਸਿੱਖਾਂ ਦੇ ਹੱਥ ਲੱਗੇ, ਮਹਾਕਵੀ ਜੀ ਦੇ ਹੱਥ ਲਿਖੇ। ਉਹਨਾਂ ਨੇ ਫਿਰ ਸੋਧ ਸੁਧਾਈ ਕਰਕੇ ਦੁਬਾਰਾ ਇਹ ਕਥਾ ਲਿਖੀ। ਪੰਨੇ ਛੇਦੇ ਦਏ ਬਹਾਈ, ਇਹਨੇ ਬਹੁਤੇ ਪੱਤਰੇ ਵਿੱਚੋਂ ਪਾੜ ਕੇ ਵਹਾ ਦਿੱਤੇ, ਜੋ ਸ਼੍ਰੀ ਗੁਰ ਅੰਗਦ ਲਿਖਵਾਈ, ਜਿਹੜੀ ਗੁਰੂ ਅੰਗਦ ਸਾਹਿਬ ਜੀ ਨੇ ਲਿਖਵਾਈ ਸੀ। ਤਿਹ ਕੋ ਤਾਤ ਪਰਜ ਸਭ ਚੀਨੇ, ਉਹਦਾ ਸਾਰਾ ਤਾਤਪਰਜ ਜਾਣ ਕੇ ਅਧਿਕ ਬਚਨ ਆਪਣੇ ਲਿਖ ਦੀਨੇ, ਇਹਨੇ ਆਪਣੀ ਵਡਿਆਈ ਜਿਹੜੀ ਸੀ ਉਹ ਲਿਖ ਦਿੱਤੀ ਵਿੱਚ। ਦੋਹਰਾ ਪੋਥੀ ਲਿਖੀ ਜੋ ਅਨੰਤ ਗਤ, ਸੁਨ ਸ਼ਰੋਤਾ ਮਨ ਲਾਏ। ਇਹ ਸਰੋਤਾ ਜਨੋ ਜਿਹੜੀ ਉਹ ਪੋਥੀ ਲਿਖੀ ਸੀ ਭਾਈ ਬਾਲੇ ਵਾਲੀ, ਇਹਨਾਂ ਨੇ ਵਿਗਾੜ ਕੇ ਹੋਰ ਤਰੀਕੇ ਨਾਲ ਤਿਹ ਤੇ ਪੋਥੀ ਸਭ ਲਿਖੀ, ਸਾਕਤ ਜੋਨ ਬਣਾਏ। ਕਹਿੰਦੇ ਉਹਦੇ ਫਿਰ ਅੱਗੇ ਬੜੇ ਉਤਾਰੇ, ਧੜਾ ਧੜ ਉਤਾਰੇ ਹੋਏ। ਜਿਹੜੀ ਹੰਦਾਲੀਏ ਨੇ ਲਿਖੀ ਨਾ, ਉਹਦੇ ਉਤਾਰੇ ਫਿਰ ਅੱਗੇ ਹੋਰ ਧੜਾ ਧੜ ਹੋਏ ਤੇ ਉਹਦਾ ਪ੍ਰਚਾਰ ਹੋਣ ਲੱਗ ਪਿਆ। ਚੌਪਈ ਜੇ ਹੈ ਨਰ ਸਤਿਗੁਰ ਸਿੱਖ ਪੂਰਨ, ਪਰ ਜਿਹੜੇ ਗੁਰੂ ਕੇ ਸਿੱਖ, ਗੁਰੂ ਦੇ ਪੂਰਨ ਸਿੱਖ ਨੇ, ਦੁਰਮਤ ਭਰਮ ਪਇਓ ਜਿਨ ਚੂਰਨ, ਜਿਨ੍ਹਾਂ ਦੀ ਖੋਟੀ ਮਤ ਦੂਰ ਹੋ ਗਈ ਹੈ, ਸੇ ਮਹਿਮਾ ਸ਼੍ਰੀ ਨਾਨਕ ਜਨ ਹੈ। ਉਹ ਜਾਣਦੇ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ। ਜੇ ਨਿਜ ਗੁਰ ਕੋ ਭੇਵ ਪਛਾਨ, ਜਿਹੜੇ ਆਪਣੇ ਗੁਰੂ ਦਾ ਭੇਦ ਪਛਾਣਦੇ ਨੇ, ਨੈ ਮਾਨੈ ਦੁਰਮਤ ਕਹਿ ਸਾਖੀ, ਉਹਨਾਂ ਨੇ ਹੰਦਾਲੀਏ ਦੀ ਇਸ ਸਾਖੀ ਨੂੰ ਨਹੀਂ ਮੰਨਿਆ। ਜੋਨ ਦਰਸ ਨਾਨਕ ਅਬਿਲਾਖੀ, ਜਿਹੜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੇ ਅਬਲਾਖੀ ਸਨ, ਸੇ ਮਾਨੈ ਸਾਕਤ ਕੋ ਕਹਿਓ, ਉਹ ਇਹਨਾਂ ਸਾਕਤਾਂ ਦਾ ਕਹਿਣਾ ਨਹੀਂ ਮੰਨੇ। ਤਿਨ ਤੇ ਸਿੱਖੀ ਮਾਰਗ ਰਹਿਓ, ਕਹਿੰਦੇ ਜਿਨ੍ਹਾਂ ਨੇ ਇਹਨਾਂ ਦੀ ਸਾਖੀ ਨੂੰ ਸੁਣ ਕੇ ਮੰਨ ਲਿਆ, ਉਹ ਸਿੱਖੀ ਨੂੰ ਰਾਹ ਛੱਡ ਕੇ ਇਹਨਾਂ ਨੂੰ ਮੰਨਣ ਲੱਗ ਪਏ, ਜੰਡਿਆਲੀਆਂ ਨੂੰ। ਗੁਰ ਸ਼ਰਦਾ ਜਿਨ ਕੇ ਉਰ ਹੋਈ, ਜਿਨ੍ਹਾਂ ਦੇ ਹਿਰਦਿਆਂ 'ਚ ਗੁਰੂ ਦੀ ਸ਼ਰਧਾ ਭਾਵਨਾ ਹੈ, ਕਹਿਤ ਸੁਨਤ ਗੁਰ ਸਾਖੀ ਸੋਈ, ਉਹ ਗੁਰੂ ਸਾਹਿਬ ਜੀ ਦੀ ਕਥਾ ਨੂੰ ਕਹਿੰਦੇ ਤੇ ਸੁਣਦੇ ਹਨ। ਪੈ ਸਮ ਪੀਵਹਿ ਬਿਨ ਤ੍ਰਿਪਤਾਈ, ਉਹ ਕਹਿੰਦੇ ਦੁੱਧ ਸਮਾਨ ਇਸ ਕਥਾ ਨੂੰ ਪੀ ਕੇ ਤ੍ਰਿਪਤ ਹੁੰਦੇ ਐ। ਸੁਖ ਪਾਵੈ ਆਗੈ ਇਹ ਥਾਈ, ਦੋਹਾਂ ਜਹਾਨਾਂ 'ਚ ਲੋਕ ਪਰਲੋਕ 'ਚੋਂ ਸੁਖ ਪਾਉਂਦੇ ਹਨ। ਦੋਹਰਾ ਸ਼੍ਰੀ ਨਾਨਕ ਜਸ ਖੀਰ ਸਮ, ਬਿਦਤ ਦੇਤ ਅਹਲਾਦ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਖੀਰ ਦੇ ਸਮਾਨ, ਦੁੱਧ ਦੇ ਸਮਾਨ ਹੈ, ਜਿਹੜੀ ਸੁਖ ਦਿੰਦੀ ਹੈ। ਛੰਦ ਚੌਪਈ ਬੰਦ ਜੋ ਮਿਸ਼ਟ ਸਹਿਤ ਪਾਸਵਾਦ, ਇਹਦੇ 'ਚ ਛੰਦ, ਚੁਪਈਆਂ ਆ ਜਿਹੜੇ ਵਰਣਨ ਕੀਤੇ ਆ, ਕਹਿੰਦੇ ਵਿੱਚ ਮਾਨੋ ਮਿੱਠਾ ਪਾਇਆ ਹੋਇਆ ਗੁਰੂ ਕਥਾ ਦੀ ਦੁੱਧ ਵਿੱਚ। ਇਹ ਜਿਹੜੀ ਗੁਰੂ ਸਾਹਿਬ ਦੀ ਕਥਾ ਇਹ ਦੁੱਧ ਹੈ, ਔਰ ਇਹਦੇ 'ਚ ਮਿੱਠਾ ਪਾਇਆ ਹੋਇਆ ਕਿਹੜਾ? ਆ ਛੰਦ, ਚੁਪਈਆਂ, ਦੋਹਰੇ, ਮਰਹਰੀ ਛੰਦ, ਚਰਪਟ ਛੰਦ। ਕਿੰਨੇ ਛੰਦ ਨੇ ਭਾਈ ਸਾਹਿਬ ਨੇ ਲਿਖੇ? ਕਹਿੰਦੇ ਛੰਦ ਵਿੱਚ ਮਿੱਠਾ ਪਾਇਆ ਹੋਇਆ। ਚੌਪਈ ਜੇ ਸਾਕਤ ਕੀ ਕਹੀ ਕੋ ਸਾਖੀ, ਤੇ ਜਿਹੜੀ ਸਾਕਤਾਂ ਦੀ ਕੁਸਾਖੀ ਹੈ, ਉਹ ਜਿਹੜੀ ਹਿੰਦਾਲੀਏ ਨੇ ਵਿਗਾੜੀ ਸੀ। ਖੀਰ ਬੀਚ ਸੋ ਜਾਨੋ ਮਾਖੀ, ਉਹਨੇ ਮਾਨੋ ਦੁੱਧ ਦੇ ਵਿੱਚ ਮੱਖੀ ਪਾ ਦਿੱਤੀ ਸੀ। ਕਾਢੈ ਮਾਖੀ ਦੇਖੈ ਜੋ, ਸਿਆਣਾ ਸਿੱਖ ਉਸ ਮੱਖੀ ਨੂੰ ਕੱਢ ਦਿੰਦਾ ਵੇਖ ਕੇ। ਪੀਵੈ ਪਾਏ ਮਿਸ਼ਟ ਸਿੱਖ ਸੋ, ਉਹ ਦੁੱਧ ਦਾ ਕੀ ਵਿਗੜਦਾ, ਉਹ ਤੱਤਾ ਕਰਕੇ ਉਹਨੂੰ ਪੀ ਲੈਂਦਾ। ਦੇਖ ਬੂਝ ਮਾਖੀ ਜੋ ਖਾਵੇ, ਪਰ ਜਿਹੜਾ ਵੇਖ ਬੁੱਝ ਕੇ ਵੀ ਮੱਖੀ ਡਿੱਗੀ ਆ ਫਿਰ ਵੀ ਖਾਈ ਜਾਵੇ, ਸ਼ਰਮ ਹੋਵੇ ਤਨ ਪੈ ਨਾ ਪਚਾਵੇ, ਉਹਨੂੰ ਫਿਰ ਭੈਜਾ ਹੋ ਜਾਂਦਾ, ਉਹਨੂੰ ਦੁੱਧ ਹਜਮ ਨਹੀਂ ਹੁੰਦਾ। ਕੀਰਤ ਨਿਰਮਲ ਜੋ ਉਰ ਧਾਰ ਹੈ, ਜਿਹੜੀ ਸਤਿਗੁਰਾਂ ਦੀ ਨਿਰਮਲ ਕੀਰਤੀ ਹਿਰਦੇ 'ਚ ਧਾਰਨ ਕਰਦੇ ਨੇ, ਕਰੀ ਕੋ ਸਾਖੀ ਸੋ ਨਿਰਵਾਰ ਹੈ। ਉਹ ਜਿਹੜੀ ਕੁਸਾਖੀ ਹੰਦਾਲੀਏ ਨੇ ਵਿਗਾੜੀ ਹੋਈ ਸੀ, ਉਹਨੂੰ ਨਿਵਾਰ ਕੇ
ਸ਼ੁਭ ਸਾਖੀ ਨੂੰ ਗ੍ਰਹਿਣ ਕਰ ਲੈਂਦੇ। ਏਦਾਂ ਕਹਿੰਦੇ ਮੈਂ ਨਾਨਕ ਪ੍ਰਕਾਸ਼ ਲਿਖਿਆ। ਗੁਰਮੁਖ ਸਿੱਖ ਅੰਬੁਜ ਜਿਸੇ ਜੇਈ, ਜਿਹੜੇ ਗੁਰਮੁਖ ਨੇ ਭਾਈ ਉਹ ਕਮਲ ਦੇ ਫੁੱਲ ਸਮਾਨ ਹਨ। ਗੁਰ ਕੀਰਤ ਰਵ ਪ੍ਰੀਤਮ ਤੇਈ, ਉਹ ਗੁਰੂ ਸਾਹਿਬ ਦੀ ਕੀਰਤੀ ਰੂਪੀ ਸੂਰਜ ਦੇ ਪ੍ਰੇਮੀ ਹਨ। ਤਿਲ ਸੋ ਮੈਂ ਇਹ ਬਚਨ ਬਖਾਨੇ, ਉਹਨਾਂ ਨੂੰ ਕਹਿੰਦੇ ਮੈਂ ਇਹ ਬਚਨ ਸੁਣਾਏ ਹਨ। ਸੁਨ ਕਰ ਗੁਰ ਮਹਿਮਾ ਜੇ ਮਾਨੇ, ਜਿਹੜੇ ਸੁਣ ਕੇ ਸਤਿਗੁਰਾਂ ਦੀ ਮਹਿਮਾ ਨੂੰ ਮੰਨਦੇ ਹਨ, ਸਤਿਗੁਰਾਂ ਦੀ ਮਹਿਮਾ ਨੂੰ ਜਾਣਦੇ ਹਨ। ਭਾਈ ਸਾਹਿਬ ਜੀ ਅੱਗੇ ਗੁਰੂ ਸਾਹਿਬ ਜੀ ਦੀ ਕਥਾ ਦੀ ਮਹਿਮਾ ਦੱਸ ਰਹੇ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸ੍ਰੇਸ਼ਟ ਮਤ ਪ੍ਰਦਾਨ ਕਰਨ। ਵਾਹਿਗੁਰੂ 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 हे अच्युत हे पार ब्रह्म हे पुरन हे सर्वमय हे संगी हे निरंकार निर्गुण सब टेक, हे गोविंद हे गुण निधान सदा विवेक, हे अपरंपर हर हरे हे संत कै सदा संग धारा आधार, हे ठाकुर हूँ दासरो निर्गुण गुण नहीं कोय, नानक दीजै नाम दान राखो हिय परोए, प्रभ शरणागति कृपा निध दयाल, एक अखर हर मन बस्त नानक होत निहाल, वाहिगुरु नाम जहाज है चढ़े सो उतरे पार, जो श्रद्धा कर से बंदे गुर पार उतारन हार, वाहिगुरु नाम जहाज है चढ़े सो उतरे पार, जो श्रद्धा कर से बंदे गुर पार उतारन हार। वाहिगुरु जी का खालसा वाहिगुरु जी की फतेह।
ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਗੋਪਾਲ ਰਾਏ। ਡੋਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰਾਤ। ਡੋਲਣ ਤੇਰਾ ਖੋ ਪ੍ਰਭੂ, ਡੋਲਣ ਤੇਰਾ ਖੋ ਪ੍ਰਭੂ, ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ, ਫਿਰਤ ਫਿਰਤ ਪ੍ਰਭ ਆਇਆ। ਅਰੇ ਆ ਤੋ ਸ਼ਰਨਾਏ, ਚਰਨਾ ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਭਗਤੀ ਲਾਏ। ਆਨੰਦ ਗੁਣ ਗਾਨ, ਗੁਰੂ ਗਰੀਬਨ ਬਾਦ, ਗਰੀਬਨ ਬਾਦ, ਗਰੀਬਨ ਬਾਦ। ਤੋਲ ਕਮਾਈ ਲਾਲਨਾ, ਤੋਲ ਕਮਾਈ ਲਾਲਨਾ, ਤੋਲ ਕਮਾਈ ਲਾਲਨਾ। ਤੋਲ ਕਮਾਈ ਲਾਲਨਾ, ਤੋਲ ਕਮਾਈ ਲਾਲਨਾ। ਗੁਰਮਨ ਦੀਨਾ, ਗੁਰਮਨ ਦੀਨਾ, ਗੁਰਮਨ ਦੀਨਾ, ਗੁਰਮਨ ਦੀਨਾ। ਤੋਲ ਕਮਾਈ ਲਾਲਨਾ, ਤੋਲ ਕਮਾਈ ਲਾਲਨਾ। ਇਹ ਮਨ ਪੀਨਾ ਜੋ ਜਲ ਮੀਨਾ, ਇਹ ਮਨ ਪੀਨਾ, ਇਹ ਮਨ ਪੀਨਾ, ਇਹ ਮਨ ਪੀਨਾ ਜੋ ਜਲ ਮੀਨਾ। ਲਾਗਾ ਰੰਗ ਮਰਾਰਾ, ਲਾਗਾ ਰੰਗ ਮਰਾਰਾ, ਲਾਗਾ ਰੰਗ ਮਰਾਰਾ, ਲਾਗਾ
ਗੁਰਮਨ ਦੀਨਾ, ਗੁਰਮਨ ਦੀਨਾ, ਗੁਰਮਨ ਗੁਰਮਨ ਦੀਨਾ, ਗੁਰਮਨ ਦੀਨਾ, ਕੁਲ ਕਮਾਈ ਲਾਲਨਾ, ਕੁਲ ਕਮਾਈ ਲਾਲਨਾ, ਕੁਲ ਕਮਾਈ ਲਾਲਨਾ। सगले गुना के दाते स्वामी, सगले गुना के, सगले गुना के दाते स्वामी, स्वामी सगले गुना के, सगले माँ के, सगले गुना के दाते स्वामी, सगले गुना मैनू सुनो एक दीना, मैनू सुनो एक दीना, मैनू सुनो एक दीना, मैनू सुनो एक दीना, कुल कमाई लालना, कुल कमाई लालना, कुल कमाई लालना। गुरमन दीना, गुरमन दीना, गुरमन दीना, गुरमन दीना, कुल कमाई लालना, कुल कमाई लालना। देहो दर्शना बलहारी, देहो दर्शना बलहारी, देहो दर्शना बलहारी, देहो दर्शना बल, देहो दर्शना बलहारी, हियड़ा बल बल कीना, हियड़ा बल बल कीना, हियड़ा बल बल कीना, हियड़ा बल बल कीना, कुल कमाई लालना, कुल कमाई लालना। गुरमन दीना, गुरमन दीना, गुरमन दीना, गुरमन दीना, सुन शब्द तुम्हारा, मेरा मन पीना, मेरा मन पीना, कुल कमाई लालना, कुल कमाई लालना। गुरमन दीना, गुरमन दीना, गुरमन दीना, गुरमन दीना, कुल कमाई लालना, कुल कमाई लालना, कुल कमाई